श्री वाहिगुरु साहिब जी। जेता समुंद सागर नीर भरिया, तेते ओगण हमारे। जेता समुंद सागर नीर भरिया, तेते ओगण हमारे। दया करो किछ मेहर उपावो, डुब दे पत्थर तारे। जियड़ा अगन बराबर तपै, भीतर बगै काती। प्रणवत नानक हुक्म पछाण, सुख होवै दिन राती। सतनाम श्री वाहिगुरु साहिब जी। तीन छंदे खेल आछै रहाउ, कुम्हार के घर हांडी आछै। राजा कै घर सांडी गो, बामन के घर रांडी आछै। रांडी सांडी हांडी गो, बाणिए कै घर हींग आछै। पैसर माथै सींग गो, देवल मध्य लींग आछै। लींग सींग हींग गो, तेली कै घर तेल आछै। जंगल मध्य बेल गो, माली के घर केल आछै। केल बेल तेल गो, संता मध्य गोविंद आछै। गोकल मध्य श्याम गो, नामे मध्य राम आछै। राम श्याम गोविंद गो, संता मध्य गोविंद आछै। गोकल मध्य श्याम गो, नामे मध्य राम आछै। राम श्याम गोविंद गो। वाहिगुरु जी का खालसा, वाहिगुरु जी की फतेह। परम सन्मानयोग जुगो जुग अटल शब्द गुरु बाणी के बोहत धन धन श्री गुरु ग्रंथ साहब महाराज जी की पावन हजूरी विच जुड़ बैठे सतसंगी जनों, सतगुरां ने पार कृपा की। संध्या वेले दे सजे दीवाना च प्रेम सहित आप संगतां ने हाजरियां भरियां। पाठ गुरबाणी कीर्तन संगतां पासों बड़े प्रेम नाल अदब सहित सरवण कीता है। आओ भगतां दी बाणी दी जो लड़ीवार विचार इस स्थान ते चल रही है, उस विचार अधीन अज दी विचार
ਟੋਡੀ ਰਾਗ ਦੇ ਵਿੱਚ ਭਗਤਾਂ ਦੀ ਬਾਣੀ ਵਿੱਚੋਂ ਭਗਤ ਨਾਮਦੇਵ ਜੀ ਦੇ 3 ਸ਼ਬਦ ਦਰਜ ਹਨ। 2 ਸ਼ਬਦਾਂ ਦੀ ਵਿਆਖਿਆ ਅਸੀਂ ਪਿਛਲੇ ਦੀਵਾਨਾਂ ਸਰਵਣ ਕੀਤੀ ਹੈ। ਆਓ ਅੱਜ ਤੀਜੇ ਸ਼ਬਦ ਦੀ ਵਿਚਾਰ ਨਾਲ ਜੁੜਾਂਗੇ। ਇਹ ਪਾਵਨ ਸ਼ਬਦ ਪਾਵਨ ਅੰਕ 718 ਦੇ ਉੱਤੇ ਦਰਜ ਹੈ ਔਰ ਟੋਡੀ ਰਾਗ ਦੇ ਵਿੱਚ ਤਿੰਨੇ ਹੀ ਸ਼ਬਦ ਭਗਤ ਨਾਮਦੇਵ ਜੀ ਮਹਾਰਾਜ ਦੇ ਉਚਾਰਨ ਕੀਤੇ ਹੋਏ ਹਨ। ਇਸ ਸ਼ਬਦ ਦੇ ਅੰਦਰ ਰਾਹੂ ਦੀ ਛੋਟੀ ਜਿਹੀ ਪੰਕਤੀ ਹੈ ਜਿਸ ਦੇ ਵਿੱਚ ਹੀ ਗੁਰਮਤਿ ਦਾ ਤਤ ਸਾਰ ਭਗਤ ਜੀ ਹੁਣਾਂ ਨੇ ਸਾਡੇ ਸਾਹਮਣੇ ਰੱਖਿਆ ਹੈ। ਆਓ ਇਸ ਸ਼ਬਦ ਦੀ ਵਿਚਾਰ ਨਾਲ ਜੁੜਨ ਤੋਂ ਪਹਿਲਾਂ ਮਨੋਬਿਰਤੀਆਂ ਇਕਾਗਰ ਕਰੋ। ਸਾਹਿਬਾਨ ਦੇ ਚਰਨਾਂ ਝੁਕਾਓ ਸੀਸ। ਗੁਰਮੰਤਰ ਦੀ ਸ਼ਾਨ ਅਦਬ ਸਹਿਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਹਿਰ ਕਰੋ ਕਿਰਪਾ ਸਤਨਾਮ ਸ੍ਰੀ ਵਾਹਿਗੁਰੂ। ਭਗਤ ਜੀ ਨੇ ਇਸ ਸ਼ਬਦ ਦੇ ਰਾਹੀਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਾਜੀ ਹੋਈ ਇਸ ਤਿਰਗੁਣੀ ਮਾਇਆ ਦੀ ਗੱਲ ਕੀਤੀ ਹੈ, ਜਿਸ ਮਾਇਆ ਦੇ 3 ਗੁਣ ਹਨ, ਜਿਸ ਦੇ ਵਿੱਚ ਗੁਰਦੇਵ ਪਿਤਾ ਨੇ ਉਹਨਾਂ ਗੁਣਾਂ ਦਾ ਜ਼ਿਕਰ ਕੀਤਾ ਹੈ। ਰਜ ਗੁਣ, ਤਮ ਗੁਣ, ਸਤ ਗੁਣ ਕਹੀ ਹੈ ਇਹ ਤੇਰੀ ਸਭ ਮਾਇਆ। ਜੇ ਅਸੀਂ ਸੁਖਮਨੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ, ਕਈ ਕੋਟ ਰਾਜਸ ਤਾਮਸ ਸਾਤਕ, ਹੋਰ ਵੀ ਕਈ ਥਾਵਾਂ ਤੇ ਇਸ ਮਾਇਆ ਦੇ ਇਹਨਾਂ 3 ਗੁਣਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀਤਾ ਗਿਆ। ਜਦੋਂ ਅਸੀਂ ਮਾਇਆ ਦੇ ਇਹਨਾਂ 3 ਗੁਣਾਂ ਦੀ ਗੱਲ ਕਰਦੇ ਹਾਂ ਤਾਂ ਸ਼ਾਸਤਰਾਂ ਦੇ ਵਿੱਚ ਜਿਹੜਾ ਸਾਂਖਿਅਕ ਸ਼ਾਸਤਰ ਹੈ ਉਸ ਦੇ ਵਿੱਚ ਸਾਰੀ ਜਿਹੜੀ ਵਿਆਖਿਆ ਹੈ ਉਹ 3 ਗੁਣਾਂ ਦੀ ਕੀਤੀ ਗਈ ਹੈ। ਭਾਰਤੀ ਦਰਸ਼ਨ ਵਿਚਾਰਧਾਰਾ ਅਨੁਸਾਰ ਜਦੋਂ ਅਸੀਂ ਵੇਖਦੇ ਹਾਂ ਤੇ ਉਹਨਾਂ ਦੀ ਵਿਆਖਿਆ ਦੇ ਵਿੱਚ ਸਭ ਤੋਂ ਪਹਿਲਾਂ ਉਹ ਸਾਤਕ ਗੁਣ ਨੂੰ ਲੈਂਦੇ ਹਨ, ਫਿਰ ਰਾਜਸ ਅਤੇ ਤਾਮਸ ਨੂੰ ਲੈਂਦੇ ਹਨ। ਪਰ ਜਦੋਂ ਆਪਾਂ ਗੁਰਬਾਣੀ ਦੀ ਵਿਚਾਰਧਾਰਾ ਨੂੰ ਵੇਖਦੇ ਹਾਂ ਤੇ ਉਸ ਦੇ ਵਿੱਚ ਰਜ, ਤਮ ਤੇ ਸਤਗੁਣ ਦੀ ਵਿਆਖਿਆ ਕੀਤੀ ਗਈ ਹੈ। ਇਸ ਕਰਕੇ ਮੈਂ ਦੱਸ ਰਿਹਾ ਕਿ ਦੋਨਾਂ ਦੇ ਵਿੱਚ ਜਿਹੜਾ ਮੂਲ ਫਰਕ ਹੈ ਕਿ ਉਹ ਸਾਤਕ ਨੂੰ ਸਭ ਤੋਂ ਪਹਿਲਾਂ ਰੱਖਦਾ ਹੈ ਭਾਰਤੀ ਦਰਸ਼ਨ ਸ਼ਾਸਤਰ, ਔਰ ਜਿਹੜਾ ਸੰਖਿਅਕ ਸ਼ਾਸਤਰ ਹੈ 18 ਸ਼ਾਸਤਰਾਂ 6 ਸ਼ਾਸਤਰਾਂ ਵਿੱਚੋਂ ਤੇ ਇੱਕ ਹੈ ਸੰਖਿਅਕ ਸ਼ਾਸਤਰ, ਉਸ ਦੇ ਵਿੱਚ ਸਾਰੀ ਵਿਆਖਿਆ ਹੀ ਇਹ ਰਜਗੁਣ, ਤਮਗੁਣ ਤੇ ਸਤਗੁਣ ਦੀ ਕੀਤੀ ਗਈ ਹੈ ਔਰ ਬੜੇ ਵਿਸਥਾਰ ਦੇ ਵਿੱਚ ਉਹਨਾਂ ਨੇ ਆਪਣੇ ਢੰਗ ਦੇ ਨਾਲ ਇਹਨਾਂ ਗੁਣਾਂ ਨੂੰ ਸ਼ਾਸਤਰ ਦੇ ਅੰਦਰ ਰੱਖਿਆ ਹੈ। ਅਸਲ ਦੇ ਵਿੱਚ ਇਸ ਸੰਸਾਰ ਦਾ ਜਿਹੜਾ ਪ੍ਰਭਾਵ ਹੈ ਉਹ ਸੰਸਾਰ ਜਿੱਥੇ ਇਹ ਮਾਇਆ ਦੇ 3 ਗੁਣ ਨੇ, ਉੱਥੇ ਜਿਹੜਾ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਅਸੀਂ 2 ਰੂਪਾਂ ਦੇ ਵਿੱਚ ਉਹਦਾ ਵਿਖਿਆਨ ਕਰਦੇ ਹਾਂ। ਇਸ ਨੇ ਇਹ ਮਾਇਆ ਬਣਾਈ ਹੈ ਕਿਉਂਕਿ ਮਹਾ ਮਾਇਆ ਤਾਕੀ ਹੈ ਛਾਇਆ। ਗੁਰਬਾਣੀ ਕਹਿੰਦੀ ਹੈ ਇਹ ਜਿਹੜੀ ਮਾਇਆ ਹੈ ਉਸ ਅਕਾਲ ਪੁਰਖ ਵਾਹਿਗੁਰੂ ਦਾ ਪਰਛਾਵਾਂ ਹੈ। ਜਿਤਨੀ ਵੀ ਮਾਇਆ ਤੁਸੀਂ ਵੇਖ ਰਹੇ ਹੋ ਨਾ, ਜਿਵੇਂ ਇੱਕ ਰੁੱਖ ਹੁੰਦਾ ਹੈ ਤੇ ਰੁੱਖ ਦਾ ਪਰਛਾਵਾਂ, ਇਸ ਤਰ੍ਹਾਂ ਇਹ ਜਿਤਨੀ ਵੀ ਮਾਇਆ ਹੈ ਉਸ ਅਕਾਲ ਪੁਰਖ ਵਾਹਿਗੁਰੂ ਦਾ ਪਰਛਾਵਾਂ। ਜੇ ਰੁੱਖ ਨਹੀਂ ਉੱਥੇ ਪਰਛਾਵਾਂ ਵੀ ਨਹੀਂ। ਜਿੱਥੇ ਅਕਾਲ ਪੁਰਖ ਦੀ ਯਾਦ ਨਹੀਂ ਉੱਥੇ ਮਾਇਆ ਦਾ ਵੀ ਦੁਖਦਾਈ ਹੋਏਗੀ। ਇਹ ਸੁੱਖ ਨਹੀਂ ਦੇ ਸਕਦੀ, ਇਹ ਛਲਾਵਾ ਹੋ ਸਕਦਾ। ਇਸ ਕਰਕੇ ਅਸੀਂ ਕਹਿੰਦੇ ਵੀ ਮਾਇਆ ਛਲਾਵਾ ਹੈ, ਮਾਇਆ ਛਲ ਹੈ, ਮਾਇਆ ਕਪਟ ਕਰਦੀ ਹੈ। ਜਿਵੇਂ ਗੁਰੂ ਸਾਹਿਬ ਨੇ ਬਾਣੀ 'ਚ ਲਿਖਿਆ, ਕਹਿੰਦੇ ਮਾਈ ਮਾਇਆ ਛਲ। ਹੇ ਮਾਈ, ਇਹ ਮਾਇਆ ਜਿਹੜੀ ਹੈ ਇਹ ਛਲ ਹੈ, ਛਲਾਵਾ ਹੈ, ਕਿਉਂਕਿ ਇਹ ਮਰਨੇਮ ਛਲੀ ਜਾਂਦੀ ਹੈ। ਪਰ ਜਿੱਥੇ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਹੈ, ਪਰਮੇਸ਼ਰ ਦੀ ਯਾਦ ਹੈ, ਤੇ ਇਹ ਮਾਇਆ ਸਾਰੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਪਰਛਾਵਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਖਦੇ ਨੇ, ਸਾਨੂੰ ਸਮਝਾਉਂਦੇ ਨੇ ਕਿ ਉਸ ਮਾਲਕ ਦਾ ਪਰਛਾਵਾਂ।
ਅਸੀਂ ਅਕਾਲ ਪੁਰਖ ਵਾਹਿਗੁਰੂ ਨੂੰ, ਜਿਸ ਦੀ ਇਹ ਮਾਇਆ ਹੈ, ਜਿਸ ਨੇ ਸੰਸਾਰ ਬਣਾਇਆ ਹੈ, ਤ੍ਰਿਗੁਣੀ ਸੰਸਾਰ ਪੈਦਾ ਕੀਤਾ ਹੈ, ਉਸ ਨੂੰ ਅਸੀਂ ਦੋ ਰੂਪਾਂ ਵਿੱਚ ਬਿਆਨ ਕਰਦੇ ਨੇ, ਇੱਕ ਨਿਰਗੁਣ ਸਰੂਪ ਦੇ ਵਿੱਚ, ਇੱਕ ਸਰਗੁਣ ਸਰੂਪ ਦੇ ਵਿੱਚ। ਜਦੋਂ ਅਸੀਂ ਆਖਦੇ ਹਾਂ ਰੂਪ ਅਰ ਰੰਗ ਰੇਖ ਭੇਖ, ਉਹਦਾ ਕੋਈ ਰੂਪ ਨਹੀਂ, ਰੰਗ ਨਹੀਂ, ਰੇਖਾ ਨਹੀਂ, ਚਿੱਤਰ ਨਹੀਂ, ਰੂਪ ਰੰਗ ਤੇ ਆਕਾਰ, ਉਸ ਨੂੰ ਕਹਿੰਦੇ ਨਿਰਗੁਣ ਸਰੂਪ, ਜਿਹਦਾ ਨਹੀਂ ਹੈ। ਜਦੋਂ ਉਸਦਾ ਰੂਪ ਰੰਗ ਤੇ ਆਕਾਰ ਹੋਵੇ, ਕੋਈ ਸ਼ਕਲ ਹੋਵੇ, ਫਿਰ ਉਹ ਸਰਗੁਣ ਸਰੂਪ ਹੈ। ਜਿਹੜਾ ਨਿਰਗੁਣ ਸਰੂਪ ਹੈ, ਉਹਦੇ ਵਿੱਚ ਰੂਪ ਰੰਗ ਤੇ ਕੋਈ ਆਕਾਰ ਨਹੀਂ ਹੁੰਦਾ, ਉਹ ਨਿਰਗੁਣ ਸਰੂਪ ਹੈ। ਔਰ ਗੁਰੂ ਸਾਹਿਬ ਨੇ ਇੱਥੇ ਤੱਕ ਲਿਖਿਆ ਕਿ ਨਿਰਗੁਣ ਆਪ, ਸਰਗੁਣ ਵੀ ਉਹੀ, ਕਲਾ ਧਾਰ ਜਿਨ ਸਗਲੀ ਮੋਹਿ। ਨਿਰਗੁਣ ਵੀ ਆਪ ਹੈ ਤੇ ਅਕਾਲ ਪੁਰਖ ਵਾਹਿਗੁਰੂ ਸਰਗੁਣ ਵੀ ਆਪ ਹੀ ਹੈ। ਨਿਰਗੁਣ ਸਰਗੁਣ ਉਸ ਪਰਮਾਤਮਾ ਨੇ ਆਪ ਹੀ ਇਹ ਆਪਣਾ ਵਿਧਾਨ ਬਣਾਇਆ ਹੈ। ਇਸ ਕਰਕੇ ਪਹਿਲੀ ਗੱਲ ਇਹ ਸਮਝਣ ਵਾਲੀ ਹੈ ਕਿ ਅਕਾਲ ਪੁਰਖ ਵਾਹਿਗੁਰੂ ਨੇ ਜਦੋਂ ਆਪਾਂ ਉਸ ਨੂੰ ਨਿਰਗੁਣ ਸਰੂਪ ਦੇ ਵਿੱਚ ਵੇਖਣਾ, ਕਿਉਂਕਿ ਨਿਰਗੁਣ ਸਰੂਪ ਦਾ ਅਰਥ ਹੈ ਜਿੱਥੇ ਕਿ ਮਾਇਆ ਦੇ ਤਿੰਨਾਂ ਗੁਣਾਂ ਦਾ ਕੋਈ ਪ੍ਰਭਾਵ ਨਹੀਂ ਹੈ, ਉਹਨੂੰ ਕਹਿੰਦੇ ਨੇ ਨਿਰਗੁਣ ਸਰੂਪ। ਜਦੋਂ ਮਾਇਆ ਦੇ ਤਿੰਨੇ ਗੁਣ ਪਰਿਵਰਤ ਹੋ ਜਾਣ, ਉਸ ਨੂੰ ਕਹਿੰਦੇ ਨੇ ਸਰਗੁਣ ਸਰੂਪ। ਇਸ ਕਰਕੇ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਗਨਨਾਥਪੁਰੀ ਦੇ ਵਿੱਚ ਜਾ ਕੇ ਆਰਤੀ ਦੇ ਸਿਰਲੇਖ ਹੇਠ ਸ਼ਬਦ ਉਚਾਰਨ ਕੀਤਾ, ਉਹ 16 ਸਾਹਿਬ ਬਾਣੀ ਵਿੱਚ ਵੀ ਦਰਜ ਹੈ। ਤੇ ਧਨਾਸਰੀ ਮਹਿਲਾ ਪਹਿਲਾ ਆਰਤੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਰਕੇ ਲਿਖਿਆ ਹੋਇਆ ਫਿਰ ਦਰਜ ਹੈ ਗਗਨ ਮੈਂ ਥਾਲ ਰਵਚਨ ਦੀਪਕ, ਇਹ ਪਾਵਨ ਸ਼ਬਦ। ਇਹ ਦੋ ਥਾਂ ਤੇ ਦਰਜ ਹੈ ਗੁਰੂ ਗ੍ਰੰਥ ਸਾਹਿਬ 'ਚ, ਇੱਕ 16 ਸਾਹਿਬ ਦੇ ਵਿੱਚ ਔਰ ਇੱਕ ਧਨਾਸਰੀ ਰਾਗ ਦੇ ਵਿੱਚ। ਔਰ ਆਪ ਜੀ ਦੇ ਗਿਆਤ ਵਾਸਤੇ ਦਾਸ ਇਹ ਵੀ ਅਰਜ਼ ਕਰੇ ਕਿ ਜਿਹੜੀਆਂ ਬਾਣੀਆਂ ਨੇ ਜਪਜੀ ਸਾਹਿਬ ਨੂੰ ਛੱਡ ਕੇ 16 ਸਾਹਿਬ ਦੀ ਬਾਣੀ, ਸੋਦਰ ਤੇ ਸੋਪੁਰਖ ਦੀ ਬਾਣੀ, ਇਹ ਸ਼ਬਦ ਸਾਰੇ ਹੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੋ ਦੋ ਵਾਰੀ ਆਏ ਹਨ। ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਬਾਕੀ ਸ਼ਬਦਾਂ ਵਿੱਚੋਂ ਮਜ਼ਮੂਮ ਲੈ ਕੇ ਇੱਕ ਸੋਦਰ ਦਾ ਮਜ਼ਮੂਮ ਬਣਾਤਾ, ਇੱਕ ਸੋਪੁਰਖ ਦਾ ਬਣਾਤਾ, ਔਰ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚੋਂ ਉਠਾ ਕੇ 16 ਸਾਹਿਬ ਦਾ ਇੱਕ ਗੁਰੂ ਸਾਹਿਬ ਨੇ 5 ਸ਼ਬਦਾਂ ਦਾ ਸਮੂਹ ਬਣਾ ਦਿੱਤਾ ਕਿ ਸੌਣ ਵੇਲੇ ਇਹ 5 ਸ਼ਬਦ ਪੜ੍ਹਨੇ ਹਨ। ਇਹ ਗੁਰੂ ਸਾਹਿਬ ਜੀ ਨੇ ਆਪ ਸਾਡੇ ਉੱਤੇ ਕਿਰਪਾ ਕੀਤੀ ਤੇ ਸਾਨੂੰ ਇੱਕ ਨੇਮ, ਇੱਕ ਮਰਿਆਦਾ ਕਿਵੇਂ ਨਿਭਾਉਣੀ ਹੈ ਜੀਵਨ ਦੀ, ਉਹ ਸਾਡੇ ਉੱਤੇ ਕਿਰਪਾ ਕਰਕੇ ਬਖਸ਼ਿਸ਼ ਕੀਤੀ। ਹੁਣੇ ਆਪ ਸੰਗਤਾਂ ਨੇ ਇੱਕ ਸ਼ਬਦ 16 ਸਾਹਿਬ ਵਿੱਚੋਂ 25 ਪਾਸੋਂ ਸਰਵਣ ਕੀਤਾ। ਸੋ ਕਹਿਣ ਦਾ ਮਕਸਦ, ਮੁਰਾਦ ਇਹ ਹੈ ਕਿ ਗੁਰੂ ਸਾਹਿਬ ਨੇ ਉੱਥੇ ਦੋਨੇ ਰੂਪਾਂ ਨੂੰ ਬਿਆਨ ਕੀਤਾ। ਜਦ ਅਸੀਂ ਪੜ੍ਹਦੇ ਹਾਂ ਸਹਿਸਤਵ ਨੈਣ ਨਨ ਨੈਣ ਹੈ ਤੋਹੇ ਕੋ ਸਹਿਸ ਮੂਰਤ ਨੰਨਾ ਏਕ ਤੋਹੇ। ਸਹਿਸਤਵ ਨੈਣ ਦਾ ਅਰਥ ਹੈ ਅੱਖਾਂ। ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਹੇ ਪ੍ਰਮਾਤਮਾ, ਜਦੋਂ ਤੂੰ ਸਰਗੁਣ ਸਰੂਪ ਦੇ ਵਿੱਚ ਹੈ ਤੇ ਜਿਤਨੇ ਵੀ ਸੰਸਾਰ ਦੇ ਵਿੱਚ ਜੀਵ ਨੇ ਤੇ ਉਹਨਾਂ ਕੋਲ ਜਿਹੜੀਆਂ ਅੱਖਾਂ ਨੇ ਉਹ ਸਾਰੀਆਂ ਤੇਰੀਆਂ ਅੱਖਾਂ ਹਨ। ਆਪਾਂ ਕਈ ਵਾਰੀ ਕਹਿੰਦੇ ਨਾ ਵੀ ਰੱਬ ਦੇਖ ਰਿਹਾ। ਜੇ ਸਰਗੁਣ ਸਰੂਪ 'ਚ ਦੇਖੀਏ ਤੇ ਰੱਬ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਨੂੰ ਦੇਖ ਰਿਹਾ, ਕਿਉਂਕਿ ਜਿਤਨੀਆਂ ਵੀ ਅੱਖਾਂ ਨੇ ਉਹ ਅਕਾਲ ਪੁਰਖ ਵਾਹਿਗੁਰੂ ਦੀਆਂ ਨੇ। ਸਹਿਸਤਵ ਨੈਣ ਨਨ ਨੈਣ ਹੈ ਤੋਏ ਕੋ ਮਰਕਨ, ਤੇਰੀ ਇੱਕ ਵੀ ਅੱਖ ਨਹੀਂ ਹੈ ਜਦ ਤੂੰ ਨਿਰਗੁਣ ਸਰੂਪ ਹੈ। ਜਦੋਂ ਅਕਾਲ ਪੁਰਖ ਵਾਹਿਗੁਰੂ ਜੀ ਸਰਗੁਣ ਸਰੂਪ ਨੇ ਤੇ ਸਾਰੀਆਂ ਅੱਖਾਂ ਉਸ ਅਕਾਲ ਪੁਰਖ ਵਾਹਿਗੁਰੂ ਦੀਆਂ ਨੇ। ਜਦੋਂ ਉਹ ਨਿਰਗੁਣ ਸਰੂਪ ਹੈ, ਉਸਦੇ ਇੱਕ ਵੀ ਅੱਖ ਨਹੀਂ, ਕਿਉਂਕਿ ਨਿਰਗੁਣ ਸਰੂਪ ਦੀ ਵਿਆਖਿਆ ਵਿੱਚ ਦੱਸਿਆ ਕਿ ਉਹਦਾ ਰੂਪ ਨਹੀਂ ਹੈ, ਰੰਗ ਨਹੀਂ ਹੈ, ਆਕਾਰ ਨਹੀਂ ਹੈ, ਉਹਨੂੰ ਕਹਿੰਦੇ ਨਿਰਗੁਣ ਸਰੂਪ। ਜਿੱਥੇ ਰੂਪ ਹੈ, ਰੰਗ ਹੈ, ਆਕਾਰ ਹੈ, ਸ਼ਕਲਾਂ ਨੇ, ਉਹ ਸਰਗੁਣ ਸਰੂਪ ਹੈ। ਇਸ ਕਰਕੇ ਮਹਾਰਾਜ ਕਹਿੰਦੇ ਸਹਿਸਤਵ ਨੈਣ ਨਨ ਨੈਣ ਹੈ ਤੋਏ ਕੋ ਸਹਿਸ ਮੂਰਤ ਨੰਨਾ ਏਕ ਤੋਈ। ਸਾਰੀਆਂ ਜਿਹੜੀਆਂ ਮੂਰਤਾਂ ਨੇ ਜਦੋਂ ਸਰਗੁਣ ਸਰੂਪ ਹੈ ਤੇ ਅਕਾਲ ਪੁਰਖ ਵਾਹਿਗੁਰੂ ਦੀਆਂ ਬਣਾਈਆਂ ਨੇ ਤੇ ਅਕਾਲ ਪੁਰਖ ਵਾਹਿਗੁਰੂ ਦੀਆਂ ਹੀ ਮੂਰਤਾਂ ਨੇ, ਕਿਉਂਕਿ ਸਾਡੀ ਹੋਂਦ ਤਾਂ ਅਕਾਲ ਪੁਰਖ ਕਰਕੇ ਹੈ ਨਾ। ਇਸ ਮੂਰਤ ਦੀ ਘੜਤ ਕੱਢਣ ਵਾਲਾ, ਇਸ ਮੂਰਤ ਨੂੰ ਬਣਾਉਣ ਵਾਲਾ, ਸਰੀਰ ਨੂੰ ਬਣਾਉਣ ਵਾਲਾ ਕੌਣ ਹੈ? ਉਹ ਅਕਾਲ ਪੁਰਖ ਵਾਹਿਗੁਰੂ ਹੈ।
मैं हमेशा कहना है कि जो शरीर सानू दिता है ना अकाल पुरख ने, एक आकार है, इसका आकार का कोई रूप भी है, कोई रंग भी है। कई बार एक नाम के 4 बंदे हो सकते ने, ख्याल करो, और एक थां ते बैठे हो तो असीं कहंदे भी उस बंदे का मैनू पहचान नहीं होनी, तो दसो आइडेंटिटी दसो, उसकी कोई पहचान दसो, किवें पहचानांगा, वो बोलता किवें है, उसका स्वरूप किदां दिसदा है, वो पग किवें बनता है, उसदी उठनी बैठनी किवें दी है। तो बंदा दसदा है कि वो बंदा जिहड़ा 4 बंदे एक नाम दे बैठे ने, उन्हां दे विचों कोई ना कोई, असीं कहंदे उसदी अखां छोटियां ने, उसदा नक लंबा है, इस तरह ही पहचान दसदे हैं ना, क्योंकि नाम तो सारिਆਂ ਦੇ ਇੱਕੋ ਜਿਹੇ ने, और दूरों बंदा जाए तो पहचान भी नहीं सकता। इस करके असीं कोई खास पहचान दसदे भी उस बंदे की यह पहचान है। बंदा फट जाके पहचान लैंदा भी छोटी अखां वाला बंदा तो ये बैठा, बाकी दी, क्योंकि नाम एक हो सकते हैं, शकलां एक नहीं होंदियां। गुरु ग्रंथ साहब महाराज ने यह लिखा कि मेरे प्रभु सच है एक खेल रचाया, कोई ना किसी जिहा उपाया। मेरे प्रभु ने कैसी खेड रची है, संसार में एक वर्गा दूजा पैदा नहीं किया। इतनी वड्डी कायनात दे विच किते ध्यान नाल अपने मालक की बनाई हुई इस कुदरत नूं, साजी हुई कुदरत नूं वेखांगे ना, एक पत्ते नाल दूजा पत्ता नहीं मिलता, एक टहनी नाल दूजी टहनी नहीं मिलती, एक तने नाल दूजा तना नहीं मिलता। सब दी शकल, अकल, रूप, रेख, रंग, मोटाई, हर एक चीज़ वखरी वखरी है। इतनी वड्डी कुदरत के अंदर तुसीं देखो कि इस मालक ने कैसी खेड रची है। जे दुनिया के 6 अरब लोग ने तो उन्होंने आपस के विच फिंगरप्रिंट नहीं मिलते। कैसी कुदरत बनाई है मालक ने। कभी उस कुदरत की बेअंतता नूं कभी देखा करो भी मालक तो कितना को बेअंत है। असी कोई चीज़ बनावांगे तो एक वर्गी दूजी बना देवांगे और साढ़े कोल बनेगी ना, यही है ना जी। पर उस अकाल पुरख वाहिगुरू ने एडी वड्डी कुदरत विच एक वर्गा दूजा पैदा नहीं किया। कितनी कमाल गल है। इस करके गुरु साहब कहते देख कि उस परमात्मा दियां ये सारियां मूरतां उसदियां हन और उस अकाल पुरख वाहिगुरू की एक भी मूरत नहीं। जो सरगुण स्वरूप है तो सारियां मूरतां उसदियां हन, क्योंकि उसदी ही पैदाइश हाँ सी। मैं कई बार बेनती करता, ये तन ना असी बनाया है ना बाजारों खरीदया है, ये तन तो अकाल पुरख वाहिगुरू की दात है। साड़ी अपनी चीज़ वो होंदी है जिहड़ी आप बनाई होवे जां बाजारों खरीदी होवे। इस तन नूं ना बनाया है ना बाजारों खरीदया है, ये तो अकाल पुरख वाहिगुरू ने तुठ के दात सानू बख्शिश की है। इस करके हमेशा इस तन के करजाई रहा करो, इस तन का सत्कार कराया करो, इस तन का ध्यान रखा करो भी ये तन कितना कीमती है। मालक ने सारिया मूरतां तेरियां हन पर तेरे एक भी मूरत नहीं है। सैस पद विमल नन एक पद, सारे पैर तेरे हन पर तेरे एक भी पैर नहीं हन। सहस्तव गंध, सारिया गंध का अर्थ होंदा नासका, सारिया नासकावां तेरियां ने ते गंध बिन एक भी नक नहीं तेरी। इब चलत मोही, ये तेरे चलत ने ते सारे संसार नूं तू मोहिया होया है। गुरु नानक पातशाह कहते हैं। इस करके उस अकाल पुरख वाहिगुरू ने अपने आप नूं 2 रूपां दे विच, निर्गुण स्वरूप दे विच, सरगुण स्वरूप दे विच प्रगट कीता। ते जदों सरगुण स्वरूप दे विच प्रगट कीता उस वेले ये माया दे जिहड़े 3 गुण ने अकाल पुरख वाहिगुरू ने पैदा कर दिते। 3 गुण। ये त्रिगुणी माया का संसार है और ये त्रिगुणी माया के संसार दे विच जदों असीं प्यार वाले उस संसार नूं तकदे हाँ, मालक की खेड नूं तकदे हाँ, तो इत्थे फिर व्याख्या करते हुए भगत नामदेव जी सानूं समझाना चाहते हैं कि मेरे मालक ने ये जिहड़े संसार की रचना की है ना, ये 3 छंदे खेल अच है। रहाओ, ये 4 अखर ने, राव का पद है। बाकी आले दुआले ਜਿਹੜੇ अगले पदे बढ़ते ने वो केवल इसकी व्याख्या है समझाने वास्ते कि त्रिगुणी माया का प्रभाव मनुखों के उत्ते किवें पै रहा। इस गल नूं समझाने वास्ते ये गल सानू समझाई गई। और जिहड़ा 3 छंदे अखर है ये समासी शब्द है। पाओ कि इसका 3 छंद का अर्थ है सुभाव।
तीन छंदे खेल अच्छा है। ਇਹ ਸੰਸਾਰ ਦੀ ਜਿਹੜੀ ਖੇਡ ਅਕਾਲ ਪੁਰਖ ਵਾਹਿਗੁਰੂ ਨੇ ਖੇਡ ਰਿਹਾ ਨਾ, ਸੰਸਾਰ ਦਾ ਜਿਹੜਾ ਇਹ ਤਮਾਸ਼ਾ ਬਣਾਇਆ ਹੈ, ਇਸ ਦੇ ਵਿੱਚ ਤਿੰਨ ਗੁਣਾਂ ਦਾ ਸੁਭਾਅ ਉਸਨੇ ਪਾ ਦਿੱਤਾ ਹੈ। ਤਿੰਨ ਤਰ੍ਹਾਂ ਦੇ ਸੁਭਾਅ ਕਹਿ ਲਵਾਂ, ਤਿੰਨ ਤਰ੍ਹਾਂ ਦੀ ਬਿਰਤੀਆਂ ਦੇ ਲੋਕ ਮਿਲਣਗੇ ਫਿਰ ਤਾਂ। ਇੱਕ ਰਾਜਸ ਬਿਰਤੀ, ਜਿਸ ਦੇ ਅੰਦਰ ਅਹੰਕਾਰ ਹੈ, ਜਿਸ ਦੇ ਅੰਦਰ ਮੈਂ ਹੈ, ਜਿਸ ਦੇ ਅੰਦਰ ਮੋਹ ਹੈ, ਜਿਸ ਦੇ ਅੰਦਰ ਆਪਣਾਪਣ ਹੈ। ਇਹ ਰਜਗੁਣ ਦੇ ਗੁਣ ਨੇ, ਜਿੱਥੇ ਕਿ ਆਪਣੇ ਦੀ ਪਕੜ ਹੈ, ਜਿੱਥੇ ਕਿ ਮੋਹ ਦਾ ਸੰਕਲਪ ਹੈ। ਜਿਹੜੀ ਚੀਜ਼ ਮੇਰੀ ਹੈ ਉਸ ਦੇ ਨਾਲ ਪਿਆਰ ਹੈ, ਔਰ ਜਿਹੜੀ ਚੀਜ਼ ਮੇਰੀ ਹੈ ਉਸ ਦੇ ਨਾਲ ਜਿੱਥੇ ਪਿਆਰ ਹੈ, ਉਸ ਚੀਜ਼ ਦਾ ਨਾਲ ਹੰਕਾਰ ਵੀ ਹੈ ਬੰਦੇ ਨੂੰ, ਵੀ ਇਹ ਮੇਰੀ ਹੈ। ਕਦੇ ਵੀ ਜੀਵਨ 'ਚ ਯਾਦ ਰੱਖਿਓ, ਜਿਹੜੀ ਚੀਜ਼ ਸਾਡੀ ਨਹੀਂ ਅਸੀਂ ਉਸ ਦਾ ਕਦੇ ਹੰਕਾਰ ਨਹੀਂ ਕਰਦੇ। ਸਾਨੂੰ ਪਤਾ ਵੀ ਇਹ ਚੀਜ਼ ਸਾਡੀ ਨਹੀਂ, ਇਹ ਵਸਤ ਸਾਡੀ ਨਹੀਂ, ਇਹ ਕਾਰ ਸਾਡੀ ਨਹੀਂ, ਇਹ ਘਰ ਸਾਡਾ ਨਹੀਂ, ਉਸ ਦਾ ਕਦੇ ਹੰਕਾਰ ਨਹੀਂ ਹੁੰਦਾ ਸਾਨੂੰ। ਸਾਨੂੰ ਪਤਾ ਵੀ ਇਹ ਘਰ ਕਿਸੇ ਹੋਰ ਦਾ, ਅਸੀਂ ਤਾਂ ਰਹਿਣ ਆਏ ਹਾਂ। ਇਹ ਕਾਰ ਕਿਸੇ ਹੋਰ ਦੀ, ਅਸੀਂ ਕੇਵਲ ਵਰਤ ਰਹੇ ਨੇ, ਉਸ ਦਾ ਕੋਈ ਹੰਕਾਰ ਨਹੀਂ। ਪਰ ਜਦੋਂ ਬੰਦੇ ਦੀ ਆਪਣੀ ਕਾਰ ਹੁੰਦੀ ਹੈ, ਆਪਣਾ ਘਰ ਹੁੰਦਾ, ਕਹਿੰਦਾ ਮੇਰਾ ਆਪਣਾ ਘਰ ਹੈ, ਇਹਦਾ ਅਰਥ ਉੱਥੇ ਅਹੰਕਾਰ ਦਾ ਪ੍ਰਗਟਾਵਾ ਹੈ। ਮੇਰੀ ਕਾਰ ਹੈ, ਉੱਥੇ ਹੰਕਾਰ ਦਾ ਪ੍ਰਗਟਾਵਾ ਹੈ, ਕਿਉਂਕਿ ਮੇਰੀ ਹੈ। ਸੋ ਜਿਹੜਾ ਰਜਗੁਣ ਹੈ, ਰਜਗੁਣ ਦੇ ਅੰਦਰ ਦੋ ਚੀਜ਼ਾਂ ਵੱਧ ਹੁੰਦੀਆਂ, ਇੱਕ ਮੋਹ ਤੇ ਇੱਕ ਅਹੰਕਾਰ। ਮਾਇਆ ਦੇ ਇਸ ਗੁਣ ਦੇ ਵਿੱਚ ਜਦੋਂ ਅਸੀਂ ਕਾਨ ਸਿੰਘ ਨਾਭਾ ਜੀ ਨੂੰ ਪੜ੍ਹਦੇ ਨੇ, ਮੈਂ ਅੱਜ ਉਹਨਾਂ ਨੂੰ ਪੜ੍ਹ ਰਿਹਾ ਸੀ, ਜਿਨ੍ਹਾਂ ਨੇ ਮਹਾਨ ਕੋਸ਼ ਲਿਖਿਆ, ਔਰ ਇੱਕ ਇੱਕ ਅੱਖਰ ਦੀ ਬਹੁਤ ਲੰਬੀ ਲੰਬੀ ਵਿਆਖਿਆ ਕੀਤੀ ਉਹਨਾਂ ਨੇ ਮਹਾਨ ਕੋਸ਼ ਦੇ ਅੰਦਰ। ਉਹ ਕਹਿੰਦੇ ਕਿ ਰਜਗੁਣ ਦੇ ਵਿੱਚ ਸਭ ਤੋਂ ਪਹਿਲਾਂ ਮੋਹ ਦਾ ਪ੍ਰਗਟਾਵਾ ਹੁੰਦਾ ਹੈ, ਮੇਰੇ ਦਾ ਪ੍ਰਗਟਾਵਾ ਹੁੰਦਾ ਹੈ। ਫਿਰ ਉਸ ਮੋਹ ਦੇ ਨਾਲ ਪਿਆਰ ਪੈ ਜਾਂਦਾ ਹੈ। ਉਹ ਪਿਆਰ ਦਾ ਸੁਭਾਅ ਮੇਰੇ ਦੀ ਖਿੱਚ ਪੈ ਜਾਂਦੀ ਹੈ। ਮੇਰੇ ਨੂੰ ਕੋਈ ਜੇ ਸੰਕਟ ਹੋਵੇ ਤਾਂ ਉਸ ਦੇ ਉੱਤੇ ਕ੍ਰੋਧ ਆਉਂਦਾ ਹੈ। ਜਿਹੜੀ ਚੀਜ਼ ਤੁਹਾਡੀ ਹੋਏਗੀ, ਜੇ ਉਹਨੂੰ ਕੋਈ ਛੂਹਣ ਦਾ ਯਤਨ ਕਰੇ, ਉਸ ਚੀਜ਼ ਨੂੰ ਕੋਈ ਖੋਹਣ ਦਾ ਯਤਨ ਕਰੇ, ਤਾਂ ਤੁਹਾਨੂੰ ਗੁੱਸਾ ਆਉਂਦਾ ਵੀ ਇਹ ਚੀਜ਼ ਮੇਰੀ ਹੈ, ਤੂੰ ਕੌਣ ਹੁੰਦਾ? ਇਸ ਨੂੰ ਵਰਤਣ ਵਾਲਾ, ਤੈਨੂੰ ਹੱਥ ਲਾਉਣ ਵਾਲਾ, ਜਾਂ ਇਸ ਨੂੰ ਆਪਣੇ ਢੰਗ ਦੇ ਨਾਲ ਚਲਾਉਣ ਵਾਲਾ, ਇਹ ਮੇਰੀ ਚੀਜ਼ ਹੈ, ਮੈਂ ਆਪਣੇ ਢੰਗ ਦੇ ਨਾਲ ਚਲਾਵਾਂਗਾ। ਤੇ ਮਾਇਆ ਦਾ ਪਹਿਲਾ ਗੁਣ ਜਿਹੜਾ ਉਹ ਹੈ ਰਜਗੁਣ। ਮੈਂ ਇਹ ਵਿਆਖਿਆ ਕਰ ਰਿਹਾ ਜੋ ਗੁਰਮਤਿ ਸਿਧਾਂਤ ਮੁਤਾਬਕ ਹੈ। ਜਿਹੜਾ ਭਾਰਤੀ ਦਰਸ਼ਨ ਸ਼ਾਸਤਰ ਹੈ ਜਾਂ ਭਾਰਤੀ ਦਰਸ਼ਨ ਵਿਚਾਰਧਾਰਾ, ਉਸ ਦੇ ਵਿੱਚ ਸਭ ਤੋਂ ਪਹਿਲਾਂ ਸਤਿਗੁਣ ਨੂੰ ਲੈ ਗਿਆ, ਜਿਹਦੇ ਵਿੱਚ ਸਤ ਹੈ, ਸੰਤੋਖ ਹੈ, ਦਇਆ ਹੈ, ਧਰਮ ਹੈ, ਉਸ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ। ਦਾਨ ਹੈ, ਪੁੰਨ ਹੈ, ਸੇਵਾ ਹੈ, ਇਹ ਸਭ ਸਤਿਗੁਣ ਵਿੱਚ ਆ ਜਾਂਦੇ ਹਨ। ਔਰ ਗੁਰੂ ਸਾਹਿਬ ਨੇ ਜ਼ਿਕਰ ਵੀ ਕੀਤਾ ਕਿ ਸਤਿਆਂ ਗੁਣ ਸਤਿਆਂ ਮਨ ਸੰਤੋਖ ਉਪਜੈ, ਦੇਨੇ ਕੇ ਵਿਚਾਰ ਦੇ ਦੇ ਮੰਗੈ, ਸੈਸਾ ਗੁਣਾ ਸੋਭ ਕਰੇ ਸੰਸਾਰ। ਜਿਹੜਾ ਭਾਰਤੀ ਸ਼ਾਸਤਰ ਹੈ ਉਹ ਇਸ ਗੁਣ ਨੂੰ ਪਹਿਲਾਂ ਰੱਖਦਾ। ਪਰ ਜਦੋਂ ਆਪਾਂ ਗੁਰਮਤਿ ਨੂੰ ਪੜ੍ਹਦੇ ਹਾਂ, ਗੁਰਬਾਣੀ ਦੇ ਹਿਸਾਬ ਨਾਲ ਮੈਂ ਵਿਆਖਿਆ ਕਰ ਰਿਹਾ, ਕਿਉਂਕਿ ਦੋਨੋਂ ਚੀਜ਼ਾਂ ਤੁਹਾਡੇ ਸਾਹਮਣੇ ਤਾਂ ਦਾਸ ਰੱਖ ਰਿਹਾ, ਤਾਂ ਕਿ ਕੱਲ੍ਹ ਨੂੰ ਤੁਸੀਂ ਇਸ ਵਿਚਾਰ ਨੂੰ ਚੰਗੀ ਤਰ੍ਹਾਂ ਸਮਝ ਸਕੋ ਕਿ ਇਹ ਮਾਇਆ ਦੇ ਤਿੰਨ ਜਿਹੜੇ ਗੁਣ ਨੇ, ਇਹ ਤਿੰਨ ਤਰ੍ਹਾਂ ਦੇ ਮਾਇਆ ਦੇ ਸੁਭਾਅ ਨੇ। ਜਿਸ ਸੁਭਾਅ ਦੇ ਵਿੱਚ ਸਤਿਗੁਣ ਦੇ ਅੰਦਰ ਚੰਗੀਆਂ ਚੀਜ਼ਾਂ ਆਉਂਦੀਆਂ ਨੇ, ਰਜਗੁਣ ਦੇ ਵਿੱਚ ਮੋਹ ਤੇ ਹੰਕਾਰ ਹੁੰਦਾ ਹੈ, ਤਮ ਗੁਣ ਦੇ ਅੰਦਰ ਹੁੰਦਾ ਅਗਿਆਨਤਾ। ਤਮ ਦਾ ਅਰਥ ਹੁੰਦਾ ਹਨੇਰਾ, ਅਗਿਆਨਤਾ। ਜਿੱਥੇ ਬੰਦਾ ਅਗਿਆਨਤਾ ਵਿੱਚ ਹੀ ਖੁਸ਼ ਹੈ, ਜਿਹੜਾ ਕੁਝ ਸਿੱਖਣਾ ਨਹੀਂ ਚਾਹੁੰਦਾ, ਜਿੱਥੇ ਬੰਦਾ ਅਗਿਆਨਤਾ ਵਿੱਚ ਹੀ ਖੁਸ਼ ਹੈ, ਜਿੱਥੇ ਕੁਝ ਸਿੱਖਣਾ ਨਹੀਂ ਚਾਹੁੰਦਾ, ਉਸ ਦਾ ਕਾਰਨ ਵੀ ਹੁੰਦਾ ਹੈ। ਪਤਾ ਸਿੱਖਣਾ ਕਿਉਂ ਨਹੀਂ ਚਾਹੁੰਦਾ ਬੰਦਾ? ਉਹ ਸੋਚਦਾ ਵੀ ਜੇ ਇਸ ਬੰਦੇ ਕੋਲੋਂ ਸਿੱਖਿਆ ਤੇ ਕੱਲ ਨੂੰ ਇਸ ਦਾ ਅਹਿਸਾਨ ਹੋਵੇਗਾ, ਇਸ ਦਾ ਅਹਿਸਾਨ ਮੁੱਲ ਨਹੀਂ ਲੈਣਾ, ਤਾਂ ਨਹੀਂ ਸਿੱਖਦਾ ਬੰਦਾ। ਇਹ ਕੁਝ ਕਾਰਨ ਨੇ ਕਿ ਜਿੱਥੇ ਬੰਦਾ ਅਗਿਆਨਤਾ ਵਿੱਚ ਹੀ ਰਹਿ ਕੇ ਖੁਸ਼ ਹੈ, ਸਿੱਖਣਾ ਨਹੀਂ ਚਾਹੁੰਦਾ ਕੁਝ, ਉਹ ਕਹਿੰਦਾ ਵੀ ਬੰਦਾ ਜਿਹੜਾ ਸਿਖਾਏਗਾ ਮੈਂ ਉਹਦੇ ਥੱਲੇ ਲੱਗ ਜਾਵਾਂਗਾ, ਮੈਂ ਥੱਲੇ ਨਹੀਂ ਲੱਗਣਾ। ਇਸ ਕਰਕੇ ਬਹੁਤ ਸਾਰੇ ਲੋਕ ਸਿੱਖ ਸਕਦੇ ਨੇ, ਜੀਵਨ ਨੂੰ ਡਿਵੈਲਪ ਕਰ ਸਕਦੇ ਆ, ਔਰ ਉਹ ਸਿੱਖਣਾ ਨਹੀਂ ਚਾਹੁੰਦੇ ਕਿਉਂਕਿ ਉਹ ਅਗਿਆਨਤਾ ਦੇ ਹਨੇਰੇ ਵਿੱਚ ਜੀਣਾ ਚਾਹੁੰਦੇ ਨੇ। ਉਹ ਬਹੁਤ ਤਰੱਕੀ ਕਰ ਸਕਦੇ ਨੇ ਸੰਸਾਰ ਵਿੱਚ, ਪਰ ਉਹਨਾਂ ਦੀ ਮੈਂ, ਉਹਨਾਂ ਦਾ ਹੰਕਾਰ ਉਹਨਾਂ ਨੂੰ ਅੱਗੇ ਨਹੀਂ ਵਧਣ ਦਿੰਦਾ। ਵੀ ਇਹਦੇ ਕੋਲੋਂ ਸਿੱਖਾਂਗਾ ਮੈਂ, ਇਹ ਮੈਨੂੰ ਸਿਖਾਏਗਾ,
इस तरह ਦੀਆਂ ਗੱਲਾਂ ਜਦੋਂ ਆਉਂਦੀਆਂ ਨੇ, ਇਸ ਦਾ ਅਰਥ ਹੈ ਅਗਿਆਨਤਾ, ਜਿੱਥੇ ਕਿ ਬਿਲਕੁਲ ਜ਼ਿੰਦਗੀ ਵਿੱਚ ਘੁੱਪ ਹਨੇਰਾ ਹੈ। ਜਿਹੜਾ ਬੰਦਾ ਆਪਣੇ ਅੰਦਰ ਚਾਨਣ ਪੈਦਾ ਨਹੀਂ ਕਰਨਾ ਚਾਹੁੰਦਾ, ਕੁਝ ਸਿੱਖਣਾ ਨਹੀਂ ਚਾਹੁੰਦਾ, ਇਹ ਮਾਇਆ ਦਾ ਤੀਜਾ ਗੁਣ ਹੈ, ਜਿੱਥੇ ਕਿ ਮਨੁੱਖ ਅਗਿਆਨਤਾ ਵਿੱਚ ਹੀ ਖੁਸ਼ ਹੈ। ਉਹ ਗਿਆਨ ਲੈਣਾ ਨਹੀਂ ਚਾਹੁੰਦਾ। ਉਸ ਨੂੰ ਜੇ ਕੋਈ ਸਿਖਾਉਣ ਦਾ ਯਤਨ ਕਰੇ, ਉਹ ਕਹਿੰਦਾ ਤੁਸੀਂ ਮੈਨੂੰ ਨਾ ਸਿਖਾਓ ਜੀ, ਮੈਨੂੰ ਸਭ ਕੁਝ ਪਤਾ। ਇਹਦਾ ਅਰਥ ਹੈ ਕਿ ਇਹ ਅਗਿਆਨਤਾ ਵਿੱਚ ਹੀ ਰਹਿਣਾ ਚਾਹੁੰਦਾ, ਇਹ ਕੁਝ ਸਿੱਖਣਾ ਨਹੀਂ ਚਾਹੁੰਦਾ। ਤੇ ਅਜੋਕੇ ਸਮਾਜ ਦੇ ਸਮੇਂ ਦੇ ਅੰਦਰ ਜਦੋਂ ਤੁਸੀਂ ਧਾਰਮਿਕ ਸਥਾਨਾਂ ਤੇ ਗੱਲਾਂ ਨੂੰ ਨੋਟ ਕਰੋ ਨਾ, ਤੇ ਅੱਜ ਜਿਹੜੇ ਧਾਰਮਿਕ ਸਥਾਨ ਨੇ, ਉੱਥੇ ਜਿਹੜੇ ਲੋਕ ਬੜੇ ਘੱਟ ਨੇ ਜਿਹੜੇ ਸਿੱਖਣ ਦੀ ਬਿਰਤੀ ਨਾਲ ਆਉਂਦੇ, ਜਿਹੜੇ ਚਾਹੁੰਦੇ ਨੇ ਵੀ ਅਸੀਂ ਆਪਣੀ ਜ਼ਿੰਦਗੀ ਨੂੰ ਗੁਰੂ ਆਸੇ ਅਨੁਸਾਰ ਘੜੀਏ, ਆਪਣੇ ਜੀਵਨ ਨੂੰ ਸਫਲਾ ਕਰੀਏ। ਜਿਹੜੇ ਜੀਵਨ ਵਿੱਚ ਸਾਡੇ ਪਰੇਸ਼ਾਨੀਆਂ ਨੇ ਜਾਂ ਜੀਵਨ ਵਿੱਚ ਜਿਹੜੀ ਅਗਿਆਨਤਾ ਸਾਡੀ ਦੂਰ ਹੋਵੇ, ਔਰ ਅਸੀਂ ਗਿਆਨ ਲੈ ਕੇ ਸੂਝਵਾਨ ਬਣੀਏ। ਇਹ ਮਨੁੱਖ ਦੇ ਅੰਦਰ ਅੱਜ ਬਿਰਤੀ ਖਤਮ ਹੋ ਚੁੱਕੀ ਹੈ, ਸਿੱਖਣ ਵਾਲੀ ਜਿਹੜੀ ਬਿਰਤੀ ਹੈ। ਅੱਜ ਹਰ ਇੱਕ ਬੰਦਾ ਦੂਜੇ ਨੂੰ ਸਿਖਾਉਣਾ ਚਾਹੁੰਦਾ, ਸਿੱਖਣਾ ਨਹੀਂ ਚਾਹੁੰਦਾ। ਇਸ ਕਰਕੇ ਬਹੁਤ ਸਾਰੇ ਅਸਥਾਨਾਂ 'ਤੇ ਦਾਸ ਵੇਖਦਾ, ਕਈ ਥਾਵਾਂ 'ਤੇ ਲੋਕ ਗੱਲਾਂ ਕਰਦੇ ਨੇ ਵੀ ਜੀ ਦੇਖੋ ਗੁਰਦੁਆਰਾ ਸਾਹਿਬ ਦੇ ਵਿੱਚ ਕਥਾ ਨਹੀਂ ਹੁੰਦੀ ਜੀ, ਇੱਥੇ ਤਾਂ ਸਿਰਫ ਪਾਠ ਹੁੰਦਾ ਜੀ, ਸਮਾਪਤੀ ਹੋ ਜਾਂਦੀ ਹੈ। ਉਹਦੇ ਵੀ ਕਾਰਨ ਸੰਗਤ ਹੀ ਬਣਦੀ ਹੈ, ਕਿਉਂਕਿ ਜਿੱਥੇ ਕਥਾ ਹੁੰਦੀ ਹੈ, ਜਿੱਥੇ ਵਿਆਖਿਆ ਹੁੰਦੀ ਹੈ, ਉਹ ਵਿਆਖਿਆ ਵੀ ਕਈਆਂ ਨੂੰ ਚੁਭਣੀ ਸ਼ੁਰੂ ਹੋ ਜਾਂਦੀ ਹੈ। ਮੈਨੂੰ ਤਾਂ ਜ਼ਿੰਦਗੀ ਵਿੱਚ ਬੜੀ ਪਰੇਸ਼ਾਨੀ, ਔਰ ਅੱਜ ਵੀ ਪਰੇਸ਼ਾਨੀ ਚੱਲ ਰਹੀ ਹੈ। ਤੁਸੀਂ ਵਿਆਖਿਆ ਬੜੀ ਲੰਬੀ ਕਰਦੇ ਹੋ, 2 ਮਿੰਟਾਂ ਸਮਾਪਤੀ ਕਰ ਦਿਆ ਕਰੋ। ਹੁਕਮਨਾਮੇ ਦੀ ਕਥਾ ਕਿਉਂ ਕਰਦੇ ਹੋ ਤੁਸੀਂ? ਔਰ ਇੱਕ ਦੂਜੇ ਦੇ ਉੱਤੇ ਬੰਦੂਕ ਰੱਖ ਕੇ ਮੋਢੇ ਦੇ ਉੱਤੇ ਚਲਾਉਣ ਦੀ ਆਦਤ, ਵੀ ਤੁਸੀਂ ਕਹੋ ਗਿਆਨ ਜੀ ਨੂੰ ਵੀ ਇਤਨੀ ਲੰਬੀ ਵਿਆਖਿਆ ਕਿਉਂ ਕਰਦੇ ਨੇ, ਇਹ ਕਿਉਂ ਸਮਝਾਉਂਦੇ ਨੇ, ਪ੍ਰਸਾਦ ਵਰਤਾਨ ਤੇ ਘਰ ਨੂੰ ਜਾਣ ਦੇਣ। ਮੈਂ ਇੱਕ ਗੱਲ ਆਖੀ, ਜਿਹੜਾ ਨੇ ਮੈਨੂੰ ਕਿਹਾ, ਕਿਉਂਕਿ ਬਾਰ-ਬਾਰ ਲੋਕ ਕਹਿੰਦੇ ਰਹਿੰਦੇ ਨੇ, ਤੇ ਮੈਂ ਕਿਹਾ ਵੀ ਦਰਵਾਜ਼ਾ ਗੁਰਦੁਆਰਾ ਇੱਕ ਐਸਾ ਥਾਂ ਜਿੱਥੇ ਦਰਵਾਜ਼ਾ ਆਉਣ ਵਾਸਤੇ ਵੀ ਖੁੱਲ੍ਹਾ ਤੇ ਜਾਣ ਵਾਸਤੇ ਵੀ ਖੁੱਲ੍ਹਾ। ਜਿਹਨੂੰ ਨਹੀਂ ਪਸੰਦ ਗੁਰੂ ਦੀ ਗੱਲ, ਉਹ ਦਰਵਾਜ਼ਾ ਖੁੱਲ੍ਹਾ ਚਲੇ ਜਾਓ ਭਾਈ। ਕਿਸੇ ਨੇ ਬਣ ਕੇ ਤੇ ਨਹੀਂ ਬਿਠਾਇਆ ਇੱਥੇ, ਜਾਂ ਗੁਰਦੁਆਰਾ ਤੁਹਾਡਾ ਤੇ ਨਹੀਂ, ਗੁਰੂਦਾਰ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ। ਕਿਸੇ ਨੂੰ ਭੁਲੇਖਾ ਹੋਵੇ ਵੀ ਗੁਰਦੁਆਰਾ ਸਾਡਾ ਹੈ, ਅਸੀਂ ਬਣਾਇਆ, ਇਹ ਭੁਲੇਖਾ ਹੋ ਸਕਦਾ ਹੈ। ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਦਾ ਹੈ, ਔਰ ਜੇ ਗੁਰੂ ਗ੍ਰੰਥ ਸਾਹਿਬ ਦਾ ਗੁਰਦੁਆਰਾ ਤੇ ਉੱਥੇ ਗੁਰੂ ਦੀ ਮਰਜ਼ੀ ਚੱਲਣੀ ਚਾਹੀਦੀ, ਬੰਦੇ ਦੀ ਮਰਜ਼ੀ ਨਹੀਂ। ਜੇ ਬੰਦੇ ਦੀ ਮਰਜ਼ੀ ਚੱਲੇ, ਸਮਝ ਲਓ ਉਹ ਗੁਰਦੁਆਰਾ ਨਹੀਂ, ਫਿਰ ਡੇਰਾ ਹੈ। ਡੇਰੇ ਵਿੱਚ ਡੇਰੇਦਾਰ ਦੀ ਮਰਜ਼ੀ ਚੱਲਦੀ ਹੈ। ਪਰ ਅੱਜ ਜੋ ਅਸੀਂ ਗੁਰਦੁਆਰਿਆਂ ਵਿੱਚ ਵੀ ਗੁਰੂ ਦੀ ਮਰਜ਼ੀ ਤਾਂ ਚੱਲੀ ਨਹੀਂ ਰਹੀ। ਗੁਰਦੁਆਰਿਆਂ ਵਿੱਚ ਗੁਰੂ ਦਾ ਸਿਧਾਂਤ ਤੇ ਚੱਲੀ ਨਹੀਂ ਰਿਹਾ। ਗੁਰੂ ਸਾਹਿਬ ਕਹਿੰਦੇ ਤੂੰ ਥੋੜ੍ਹੀ ਜਿਹੀ ਚੁੱਪ ਬਹਿ ਜਾ, ਸਾਨੂੰ ਕਰ ਲੈਂਦੇ ਇੱਥੇ। ਇਤਨਾ ਡਰਾਮੇਬਾਜ਼ੀ ਗੁਰਦੁਆਰਿਆਂ ਵਿੱਚ, ਐਡਾ ਮਤਲਬ ਛੋਛੇਪਨ ਅੱਜ ਗੁਰਦੁਆਰਿਆਂ ਵਿੱਚ ਸਾਡੇ ਆ ਗਏ ਕਿ ਅਸੀਂ ਹੋਰ ਪਾਸੇ ਤੁਰ ਗਏ। ਸਾਨੂੰ ਸਿਧਾਂਤ ਦਾ ਪਤਾ ਹੀ ਨਹੀਂ, ਸਿੱਖੀ ਦਾ ਸਿਧਾਂਤ ਕੀ ਹੈ। ਅੱਜ ਗੁਰਦੁਆਰਿਆਂ ਵਿੱਚ ਤੁਸੀਂ ਕੋਈ ਗੁਰਪੁਰਬ ਹੋਵੇ, ਕੋਈ ਚੀਜ਼ਾਂ, ਉਹ ਮੈਨੂੰ ਮਾਫ ਕਰ ਦੇਣਾ, ਪਰ ਸੱਚਾਈ ਇਹ ਹੈ ਕਿ ਅੱਜ ਅਸੀਂ ਵੇਖਦੇ ਹਾਂ ਕਿ ਉਹ ਸਭ ਛੋਛਾਪਣ ਅੱਜ ਗੁਰੂ ਨਾਨਕ ਦੇ ਦਰ ਤੇ ਆ ਗਏ। ਜਿੱਥੇ ਜਿਹੜੀ ਚੀਜ਼ਾਂ ਗੁਰੂ ਨਾਨਕ ਨੇ ਸਮਾਪਤ ਕੀਤੀਆਂ, ਉਹ ਸਾਰੀਆਂ ਅੱਜ ਗੁਰੂ ਘਰ ਦੇ ਵਿੱਚ ਪ੍ਰਬਲ ਰੂਪ ਦੇ ਵਿੱਚ ਆ ਚੁੱਕੀਆਂ। ਸਰੋਪੇਬਾਜ਼ੀ, ਹੋਰ ਦੂਜੀ ਤੀਜੀਆਂ ਗੱਲਾਂ, ਇਹ ਸਾਰੀਆਂ ਚੀਜ਼ਾਂ, ਇਹ ਸਾਰੀ ਮਨਮਤ ਗੁਰਦੁਆਰਿਆਂ ਦੇ ਉੱਤੇ ਹਾਵੀ ਹੋ ਚੁੱਕੀ ਹੈ। ਗੁਰਮਤ ਦੀ ਗੱਲ ਨਹੀਂ, ਸਿਰਫ ਰਾਜਨੀਤੀ ਦੀ ਗੱਲ। ਗੁਰਦੁਆਰਾ ਕਈ ਵਾਰੀ ਤੇ ਮੈਨੂੰ ਇੰਝ ਅਹਿਸਾਸ ਹੁੰਦਾ ਵੀ ਗੁਰਦੁਆਰਾ ਗੁਰੂ ਦਾ ਘਰ ਨਹੀਂ ਰਹਿ ਗਿਆ ਤੇ ਰਾਜਨੀਤੀ ਦਾ ਅਖਾੜਾ ਬਣ ਚੁੱਕਿਆ। ਇੱਥੇ ਤਾਂ ਲੋਕ ਕੀ ਭਾਲ ਰਹੇ ਪਤਾ? ਮਸਕੀਨ ਸਾਹਿਬ ਇੱਕ ਗੱਲ ਬੜੀ ਪਿਆਰੀ ਕਹਿੰਦੇ ਸਨ, ਕਹਿੰਦੇ ਗੁਰਦੁਆਰਾ ਤਾਂ ਰਾਜਨੀਤਿਕ ਲੋਕਾਂ ਵਾਸਤੇ ਪਹਿਲੀ ਪੌੜੀ ਹੈ। ਉਹ ਪਹਿਲੀ ਪੌੜੀ ਤੇ ਰੱਖ ਕੇ ਉੱਪਰਲੀ ਪੌੜੀ ਤੱਕ ਜਾਣਾ ਚਾਹੁੰਦੇ ਨੇ ਵੀ ਗੁਰਦੁਆਰੇ ਦੇ ਪਹਿਲੇ ਮੈਂਬਰ ਬਣ ਜਾਈ। ਕਿਸ ਤਰੀਕੇ ਨਾਲ 2-4 ਦਿਨ ਬਾਲਟੀਆਂ ਇੱਧਰ ਉੱਧਰ ਫੜ ਕੇ ਸੇਵਾ ਦਿਖਾ ਕੇ ਦੇਖੋ ਅਸੀਂ ਕਿੰਨੀ ਸੇਵਾ ਕਰਦੇ, ਅਸੀਂ ਲੰਗਰ ਪਕਾਉਂਦੇ ਹਾਂ ਜੀ, ਅਸੀਂ ਇੰਨੀ ਸੇਵਾ ਕਰਦੇ, ਸਾਰਾ ਕੁਝ ਕਰਦੇ, ਅਡੰਬਰ ਕਰਕੇ। ਮਸਕਿਨ ਸਾਹਿਬ ਕਹਿੰਦੇ ਪਹਿਲਾਂ ਉਹ ਗੁਰਦੁਆਰੇ ਦੇ ਰਾਹੀਂ ਰਾਜਨੀਤੀ ਪਹਿਲੀ ਪੌੜੀ ਚੜ੍ਹਨਾ ਚਾਹੁੰਦੇ, ਮੈਂਬਰ ਬਣ ਕੇ, ਫਿਰ ਅੱਗੇ ਹੋਰ ਪਦ, ਫਿਰ ਜੋ MCD ਦਾ ਇਲੈਕਸ਼ਨ, ਫਿਰ MLA ਦਾ ਇਲੈਕਸ਼ਨ, ਫਿਰ MP ਦਾ ਇਲੈਕਸ਼ਨ, ਫਿਰ ਕੋਈ ਕੇਂਦਰੀ ਮੰਤਰੀ ਵਗੈਰਾ ਬਣਨ ਦੀ ਕੋਸ਼ਿਸ਼ ਵਿੱਚ ਰਹਿੰਦੇ ਹਨ। ਕਹਿੰਦੇ ਗੁਰਦੁਆਰਾ ਜਿਹੜਾ ਹੈ ਉਹਨਾਂ ਨੇ ਰਾਜਨੀਤੀ ਦਾ ਅਖਾੜਾ ਬਣਾਇਆ ਹੋਇਆ, ਔਰ ਇਸ ਨੂੰ ਪਹਿਲਾ ਪਦ ਸਮਝਿਆ ਹੋਇਆ ਵੀ ਇਹ ਪਹਿਲਾ ਪਦ ਹੈ ਜਿੱਥੇ ਪੌੜੀ, ਪਹਿਲੀ ਪੌੜੀ ਹੈ ਜਿੱਥੇ ਰਾਜਨੀਤੀ ਵਿੱਚ ਆਪਾਂ ਅੱਗੇ ਵਧਣਾ। ਉਹਨੂੰ ਕੌਣ ਦੱਸੇ ਭਾਈ ਇਹ ਰਾਜਨੀਤੀ ਦਾ ਅਖਾੜਾ ਨਹੀਂ,
ਇਹ ਤਾਂ ਅਸਲ ਵਿੱਚ ਧਰਮ ਨੀਤੀ ਸਿੱਖਣ ਦਾ ਅਸਥਾਨ ਸੀ, ਪਰ ਤੂੰ ਧਰਮ ਨੀਤੀ ਛੱਡ ਕੇ ਤੂੰ ਰਾਜਨੀਤੀ ਦੇ ਪਿੱਛੇ ਗੁਰਦੁਆਰੇ ਦੀ ਮਰਿਆਦਾ ਨੂੰ ਵੀ ਤੋੜ ਬੈਠਾ। ਅੱਜ ਗੁਰਦੁਆਰਿਆਂ ਵਿੱਚ ਇਹੀ ਕੁਝ ਹੋ ਰਿਹਾ ਹੈ। ਲੋਕਾਂ ਨੂੰ ਇਸ ਗੱਲ ਤੋਂ ਕੋਈ ਗੁਰੇਜ਼ ਨਹੀਂ। ਕੋਈ 5 ਮਿੰਟ ਗੁਰੂ ਕੇ ਸ਼ਬਦ ਦੀ ਵਿਆਖਿਆ ਕਰ ਦੇਵੇ ਉਹ ਚੁੱਭਦੀ ਹੈ। 1 ਘੰਟੇ ਵਿਅਰਥ ਦੇ ਲੈਕਚਰ ਹੁੰਦੇ ਨੇ, ਕੋਈ ਐਤਰਾਜ਼ ਨਹੀਂ ਕਰਦਾ ਵੀ ਘੰਟਾ ਕੀ ਹੋ ਰਿਹਾ ਹੈ, ਕਿਸ ਚੀਜ਼ ਦੇ ਲੈਕਚਰ ਹੋ ਰਹੇ ਨੇ, ਇੱਥੇ ਕਿਹੜੀ ਇੱਟਾਂ ਦੀਆਂ ਗੱਲਾਂ ਚੱਲ ਰਹੀਆਂ ਹਨ, ਕੋਈ ਪੁੱਛਦਾ ਵੀ ਤੁਸੀਂ ਇਹ ਧਰਮ ਅਸਥਾਨ ਹੈ, ਇੱਥੇ ਸਿੱਖਣ ਦਾ ਸਥਾਨ ਹੈ। ਮੰਨ ਲਓ ਕਿ ਕੋਈ ਬੱਚਾ ਪੜ੍ਹਨ ਗਿਆ ਸਕੂਲ ਦੇ ਵਿੱਚ ਤੇ ਉੱਥੇ ਜੋ ਸਕੂਲ ਵਿੱਚ ਪੜ੍ਹਾਇਆ ਕੁਝ ਹੋਰ ਜਾਵੇ, ਤੁਸੀਂ ਪ੍ਰਵਾਨ ਕਰ ਲਓਗੇ? ਤੁਸੀਂ ਕਹੋ ਵੀ ਸਾਡੇ ਬੱਚੇ ਸਕੂਲ ਪੜ੍ਹਨ ਆਉਂਦੇ ਨੇ, ABCD ਸਿਖਾਓ, ਤੁਸੀਂ ਐੜਾ ਊੜਾ ਐੜਾ ਸਿਖਾਓ, ਆ ਸਿਖਾਓ, ਤੁਸੀਂ ਕੀ ਸਿਖਾਉਣ ਲੱਗੇ ਹੋ? ਉਹ ਪਹਿਲੇ ਦਿਨ ਤੋਂ ਬਿਜ਼ਨਸ ਸਿਖਾਉਣਾ ਸ਼ੁਰੂ ਕਰ ਦੇਣ, ਤੁਸੀਂ ਪ੍ਰਵਾਨ ਕਰੋਗੇ? ਜੇ ਤੁਸੀਂ ਆਪਣੇ ਬੱਚੇ ਨੂੰ ਸਕੂਲ ਭੇਜਦੇ ਹੋ ਤੇ ਉਹ ਕੁਝ ਹੋਰ ਸਿਖਾਉਣ, ਉਹ ਜ਼ਰੂਰ ਸਿਖਾਉਣ, ਤੁਸੀਂ ਪ੍ਰਵਾਨ ਨਹੀਂ ਕਰਦੇ ਕਿ ਗੁਰੂ ਨਾਨਕ ਦੇ ਦਰ ਤੇ ਗੁਰੂ ਨਾਨਕ ਦੇ ਵਿਚਾਰ ਨੂੰ ਛੱਡ ਕੇ ਹੋਰ ਸਿਖਾਇਆ ਜਾਵੇ, ਕਿ ਗੁਰੂ ਨਾਨਕ ਪ੍ਰਵਾਨ ਕਰੇਗਾ? ਨਹੀਂ ਕਰਨਾ ਨਾਨਕ ਨੇ ਪ੍ਰਵਾਨ। ਮੈਂ ਤਾਂ ਅੱਜ ਸੋਚਦਾ ਵੀ ਗੁਰੂ ਨਾਨਕ ਪਾਤਸ਼ਾਹ ਜੀ ਫਿਰ ਆ ਜਾਣ, ਮੰਨ ਲਓ, ਤੇ ਅੱਜ ਇੱਕ ਸਵਾਲ ਹੋਵੇ ਸਾਡਾ ਵੀ ਮਹਾਰਾਜ ਦੱਸੋ, ਜਿਵੇਂ ਕਿ ਕਾਜ਼ੀਆਂ ਨੇ ਮਹਾਰਾਜ ਨੂੰ ਸਵਾਲ ਕੀਤਾ ਸੀ ਕਿ ਪੁੱਛਣ ਫੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਏ? ਅਸੀਂ ਪੁੱਛੀਏ ਵੀ ਮਹਾਰਾਜ ਸਿੱਖ ਵੱਡਾ ਹੈ ਕਿ ਮੁਸਲਮਾਨ ਵੱਡਾ, ਹਿੰਦੂ ਵੱਡਾ, ਜੈਨੀ ਬੋਧੀ ਕੌਣ ਵੱਡਾ? ਤੇ ਬਾਬੇ ਨਾਨਕ ਨੇ ਅੱਜ ਵੀ ਜਵਾਬ ਇਹੀ ਦੇਣਾ ਹੈ। ਕਹਿੰਦੇ ਨੇ ਬਾਬਾ ਆਖੇ ਹਾਜੀਆਂ ਸੁਭ ਅਮਲਾ ਬਾਜੋ ਦੋਨੋਂ ਰੋਏ। ਬਾਬੇ ਨੇ ਅੱਜ ਵੀ ਇਹ ਗੱਲ ਕਹਿਣੀ ਹੈ ਕਿ ਤੁਹਾਡੀ ਜ਼ਿੰਦਗੀ ਸ਼ੁਭ ਅਮਲ ਨਹੀਂ, ਤੇ ਜਿਹੜਾ ਮਰਜ਼ੀ ਧਰਮ ਹੋਵੇ, ਰੋਈ ਦਾ ਅਰਥ ਹੈ ਉਹ ਦੁਖੀ ਹੀ ਹੈ। ਅਮਲ ਨੇ ਸੁਖੀ ਕਰਨਾ ਸਾਨੂੰ, ਕਿਸੇ ਹੋਰ ਕੰਮ ਨੇ ਸੁਖੀ ਨਹੀਂ ਕਰਨਾ। ਕੋਈ ਵੀ ਧਰਮ ਹੈ, ਸੁਖੀ ਤਾਂ ਹੋਵਾਂਗੇ ਜਦੋਂ ਅਮਲ ਵਧੀਆ ਹੋ ਜਾਣਗੇ ਸਾਡੇ। ਧਰਮ ਕੋਈ ਵੀ ਹੋਵੇ ਸਾਡਾ, ਧਰਮ ਨੇ ਕੀ ਕਰਨਾ ਹੈ? ਧਰਮ ਦਾ ਬੋਝ ਚੁੱਕੀ ਜਾਓ ਸਿਰ ਤੇ ਰੱਖ ਕੇ, ਮੈਂ ਫਲਾਣਾ ਧਰਮੀ ਆ, ਫਿਰ ਤਾਂ ਧਰਮ ਦੀ ਪੰਡ ਰੱਖੀ ਹੋਈ ਹੈ, ਧਰਮ ਹੈ ਨਹੀਂ ਜੀਵਨ ਵਿੱਚ, ਖਾਲੀ ਪੰਡ ਨੇ ਕੀ ਕਰ ਦੇਣਾ? ਬਾਬਾ ਜੀ ਕਹਿੰਦੇ ਸ਼ੁਭ ਅਮਲ ਨਹੀਂ ਸਿਖਾ ਤਾਂ ਤੇਰਾ ਜੀਵਨ ਸਫਲਾ ਨਹੀਂ। ਇਸ ਕਰਕੇ ਭਗਤ ਨਾਮਦੇਵ ਜੀ ਨੇ ਉਸ ਮਾਇਆ ਦੇ 3 ਗੁਣਾਂ ਦੀ ਗੱਲ ਕਰਦੇ ਹੋਏ ਸਮਝਾਇਆ ਕਿ ਉਸ ਪਰਮਾਤਮਾ ਨੇ ਸੰਸਾਰ ਜਗਤ ਨੂੰ, ਕਹਿੰਦੇ ਨੇ ਮਾਇਆ ਦੇ 3 ਤਰ੍ਹਾਂ ਦੇ ਇਹ ਸੁਭਾਅ ਜਿਹੜੇ ਨੇ ਉਹਨੇ ਪ੍ਰਗਟ ਕਰ ਦਿੱਤੇ। ਇੱਕ ਖੇਲ ਰਚ ਦਿੱਤੀ, ਇੱਕ ਖੇਡ ਰਚ ਦਿੱਤੀ। ਇਹ ਸੰਸਾਰ ਇੱਕ ਖੇਡ ਹੈ। ਉਸ ਨੂੰ ਗੁਰਬਾਣੀ 'ਚ ਇਦਾਂ ਲਿਖਿਆ, ਸੁਪੰਤਰ ਸੰਸਾਰ ਸਭ ਬਾਜੀ ਖੇਲ ਖਿਲਾਵੇ ਗੋ। ਕਹਿੰਦੇ ਲਾਹਾ ਨਾਮ ਗੁਰਮਤਿ ਲੈ ਚਾਲੋ, ਹਰ ਦਰਗਾਹ ਪੈਂਦੇ ਜਾਵੇ ਗੋ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਇਹ ਸੁਪੰਤਰ ਸੰਸਾਰ ਹੈ, ਸੁਪਨੇ ਦੀ ਤਰ੍ਹਾਂ ਹੈ। ਇਸ ਸੰਸਾਰ ਦੇ ਵਿੱਚ ਤੂੰ ਇੱਥੇ ਇੱਕ ਖੇਡ ਖੇਡਣ ਆਇਆ। ਇੱਕ ਖੇਲ ਹੈ ਸੰਸਾਰ, ਜਿਹਨੂੰ ਮਾਰ ਕਹਿੰਦੇ ਆਵਨ ਜਾਨ ਨੇ ਖੇਲ ਬਣਾਇਆ। ਆਗਿਆਕਾਰੀ ਕੀ ਨਹੀਂ ਮਾਇਆ, ਸਭ ਕੈ ਮਦ ਅਲਿਪਤੋ ਰਹਿ, ਜੋ ਕੁਛ ਕਹਿਣਾ ਸੋ ਆਪੇ ਕਹੇ। ਆਗਿਆ ਆਵੇ ਆਗਿਆ ਜਾਏ। ਆਗਿਆ ਵਿੱਚ ਅਸੀਂ ਆ ਰਹੇ ਹਾਂ, ਆਗਿਆ ਵਿੱਚ ਜਾ ਰਹੇ ਹਾਂ। ਇਹ ਖੇਡ ਹੈ। ਤੇ ਮੈਂ ਬੇਨਤੀ ਕਰਾਂ, ਜਿਹੜੀ ਖੇਡ ਹੁੰਦੀ ਹੈ, ਜਿਹੜਾ ਕਿਤੇ ਤਮਾਸ਼ਾ ਹੋ ਰਿਹਾ ਹੋਵੇ ਤਾਂ ਉਸ ਨੂੰ ਖੇਡ ਦੇ ਤਰੀਕੇ ਨਾਲ ਹੀ ਲੈਣਾ ਚਾਹੀਦਾ। ਕਿਉਂਕਿ ਜਿਹੜਾ ਦੇਖਣ ਵਾਲਾ ਹੈ, ਜਿਹੜਾ ਤਮਾਸ਼ਾ ਦੇਖਣ ਆਇਆ, ਤਮਾਸ਼ਗੀਰ ਹੈ, ਉਸ ਨੂੰ ਕੋਈ ਵੀ ਜਿੱਤੇ ਕੋਈ ਵੀ ਹਾਰੇ, ਉਹਨੂੰ ਕੋਈ ਫਰਕ ਨਹੀਂ, ਕਿਉਂਕਿ ਉਹ ਤੇ ਤਮਾਸ਼ਾ ਦੇਖਣ ਆਇਆ। ਮਹਾਰਾਜ ਕਹਿੰਦੇ ਇਹ ਤਮਾਸ਼ਾ ਹੀ ਤਾਂ ਹੈ ਜਗਤ। 10ਵੇਂ ਪਾਤਸ਼ਾਹ ਨੇ ਤਾਂ ਸਪਸ਼ਟ ਕਿਹਾ, ਕਹਿੰਦੇ ਨੇ ਦੇਖਣ ਆਇਓ ਜਗਤ ਤਮਾਸ਼ਾ, ਮੈਂ ਹੂੰ ਪਰਮ ਪੁਰਖ ਕੋ ਦਾਸਾ। ਦੇਖਣ ਆਇਓ ਜਗਤ ਤਮਾਸ਼ਾ, ਮਹਾਰਾਜ ਕਹਿੰਦੇ ਮੈਂ ਤੇ ਜਗਤ ਦਾ ਤਮਾਸ਼ਾ ਦੇਖਣ ਆਇਆ। ਤੇ ਮਹਾਰਾਜ ਜਗਤ ਦਾ ਤਮਾਸ਼ਾ ਦੇਖ ਰਹੇ ਨੇ। ਪਿਤਾ ਨੂੰ ਦਿੱਲੀ ਤੋੜ ਦਿੱਤਾ, ਚਾਂਦਨੀ ਚੌਕ ਦੇ ਵਿੱਚ ਪਿਤਾ ਨੂੰ ਸ਼ਹੀਦ ਕਰ ਦਿੱਤਾ। ਸ਼ਹੀਦ ਪਿਤਾ ਦਾ ਸੀਸ ਅਨੰਦਪੁਰ ਸਾਹਿਬ ਆਪਣੇ ਹੱਥਾਂ ਵਿੱਚ ਲੈਂਦੇ ਨੇ, ਤਮਾਸ਼ਾ ਦੇਖ ਰਹੇ ਨੇ, ਕੋਈ ਫਰਕ ਨਹੀਂ। ਤਮਾਸ਼ਾ ਵੇਖ ਰਹੇ ਕਿ ਅਨੰਦਪੁਰ ਸਾਹਿਬ ਦੇ ਵਿੱਚ ਇਤਨੇ ਕੀਮਤੀ ਸਮਿਆਨੇ, ਇਤਨੀ ਮਹਿੰਗੀਆਂ ਚੌਕੀਆਂ, ਇਤਨਾ ਸਤਿਕਾਰ, ਸਾਰੀਆਂ ਚੀਜ਼ਾਂ, ਤਖਤ, ਮਾਨ ਵਡਿਆਈ, ਸਾਰੀਆਂ ਚੀਜ਼ਾਂ ਨੇ। ਚਬਰ ਛਤ ਤਖਤ ਦੇ ਮਾਲਕ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ, ਤਮਾਸ਼ਾ ਦੇਖ ਰਹੇ ਨੇ। ਅਨੰਦਪੁਰ ਸਾਹਿਬ ਛੱਡ ਕੇ ਆ ਗਏ।
ਆਪਣਾ ਘਰ ਛੱਡ ਦਿੱਤਾ। ਚਮਕੌਰ ਸਾਹਿਬ ਦੇ ਵਿੱਚ ਆਪਣੇ ਬੱਚਿਆਂ ਦੀਆਂ ਲਾਸ਼ਾਂ ਸਾਹਮਣੇ ਪਈਆਂ ਨੇ, ਛੱਡ ਕੇ ਚਲੇ ਜਾਂਦੇ ਨੇ, ਕਫਨ ਤੱਕ ਨਹੀਂ ਪਾਉਂਦੇ, ਤਮਾਸ਼ਾ ਦੇਖ ਰਹੇ ਨੇ। ਇਸ ਤੋਂ ਜ਼ਿਆਦਾ ਹੋਰ ਕੀ ਤਮਾਸ਼ਾ ਹੋ ਸਕਦਾ ਜੀਵਨ 'ਚ? ਵੀ ਗੁਰੂ ਨੇ ਸਭ ਕੁਝ ਆਪਣੇ ਅੱਖਾਂ ਦੇ ਸਾਹਮਣੇ ਹੰਡਾ ਕੇ ਦਿਖਾ ਦਿੱਤਾ। ਦੇਖੋ ਮੈਂ ਜਗਤ ਤਮਾਸ਼ਾ ਵੇਖਣ ਆਇਆ। ਤੇ ਜਦੋਂ ਛੋਟੇ ਸਾਹਿਬਜ਼ਾਦਾ ਦੀ ਖਬਰਾਂ ਪੁੱਜਦੀਆਂ ਨੇ ਤਾਂ ਉਸ ਵੇਲੇ ਨੂਰਾ ਮਾਹੀ ਜਦੋਂ ਜਾ ਕੇ ਦੱਸਦਾ ਹੈ, ਕੋਟ ਕਪੂਰੇ ਕੋਲ ਮਹਾਰਾਜ ਰੁਕੇ ਹੋਏ ਸਨ, ਰਾਏ ਕੱਲੇ ਕੋਲ ਕੋਟ ਕਪੂਰਾ ਪਿੰਡ। ਤੇ ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਖਬਰ ਮਿਲੀ ਕਿ ਛੋਟੇ ਸਾਹਿਬਜ਼ਾਦੇ ਵੀ ਬੜੀ ਬੇਰਹਿਮੀ ਨਾਲ ਤੁਹਾਡੇ ਕਤਲ ਕਰ ਦਿੱਤੇ ਨੇ ਜ਼ਾਲਮਾਂ ਨੇ, ਨੀਹਾਂ ਵਿੱਚ ਚੁਣ ਦਿੱਤਾ ਉਹਨਾਂ ਨੂੰ, ਬਾਅਦ ਦੇ ਵਿੱਚ ਕਹਿੰਦੇ ਕਰੋ ਕਰੋ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਉੱਥੇ ਮਹਾਰਾਜ ਰੋਏ ਨਹੀਂ, ਅੱਖਾਂ ਵਿੱਚ ਅਥਰੂ ਨਹੀਂ ਸਤਿਗੁਰ ਦੇ। ਉੱਥੇ ਇੱਕ ਗੱਲ ਕਹਿੰਦੇ ਨੇ, बेटों के कत्ल होने की पहुंची यूं ही खबर, शुक्रिया अकाल पुरख का किया उठाकर सर, अर्ज की कि आज मुझ पर से तेरी अमानत अदा हुई, बेटों की जान धर्म की खातर फिदा हुई। कहने लगे अकाल पुरख तेरा शुकराना है भी अज मेरे बच्चों की जान धर्म वास्ते कुर्बान हो गई, तेरा शुकराना है, तेरी अमानत सी अदा कर दी, मैं मोड़ दी तैनू, तेरा शुकराना। असी शुकराना करांगे? असी तो रोवांगे बैठ के, क्योंकि इसी कहने साडे ने, क्योंकि साडे वास्ते जगत तमाशा नहीं है। असी इन्हां तिन्नां गुणां विच फसे हुए हैं। पर महाराज कहने मैं तो जगत तमाशा वेखण आया, क्योंकि संसार एक खेड है, तीन छंदे खेल अछ है। भगत नामदेव जी कहते ये तीन छंदे का अर्थ है सुभाव का खेड है संसार। भाई ये तीन तरह के सुभाव ने, रजगुण तमगुण सदगुण कही है, ये तेरी सब माया, ये परमात्मा की माया, ये सुभाव ने। और गुरबाणी में जिमें जिमें असीं पढ़ांगे ना, महाराज कहते राम नाम कहते वखर है उत्तम, हर नायक पुरख हमारा, हर खेल किया हर आपे वरतै, सब जगत किया बनजारा। ये खेड तो वाहिगुरू ने आप ही रची है ना, सारे जगत में बनजारा बना दिता भी इत्थे तुसीं बनज करन आए हो। बनाया भेजिया सी सानू बनज करन वास्ते, ते असीं बनज कोई होर करन लग पए, जिहड़ा नाल नहीं जाना। जिहड़ा नाल जाना सी उहदे नेड़े नहीं गए कदे। बनज तो करना सी, मर कहने बनज करो बन जा रहे हो, वखर लियो समाल, तैसी वस्त ने वसाईए जैसी निभे नाल। उस वस्त नूं इकट्ठी कर जिहड़ी ते नाल निभेगी। पर जिहड़ी वस्त नाल निभनी है, जिहड़े नाल जानी है, उहनूं तूं इकट्ठा ही नहीं कीता। बाकी पंडा बन के असीं की करना है, जिहड़ी वस्त साडे नाल जावे उसका व्यापारी बन के उसनूं विहाजीए, उसनूं जीवन दे वास्ते इकट्ठी करिए। सरू कहने एक खेल है मेरे मालक दा, जैसे हरड़ की माला टिंड लगत है, एक सकनी कहते होर फेर भरियत है। ये जगत इदां दा है जिवें हरहट दियां टिंडां होंदियां ना, थल्ले जानियां ने भर के जानियां, थल्ले नूं जानियां खाली हो जानियां। जगत विच एक जीव आ रहे हैं, संसार विच एक जा रहे हैं। जब आंदे ने संसार विच कुछ इकट्ठा हो जाता है, जिवें हरड़ की टिंड जिहड़ी भर जाती पानी नाल, वो गुमान करे मेरे को इतना पानी है, और खाली नूं देख के हसे, वो आखिर तू भी खाली जाना है। जैसे हरहट की माला, मारे कहने जिमें हरहट दे खोदी जिहड़ी है वो टिंडा ने, कहते हरहट की माला टिंड लगत है, एक सकनी होर फेर फरियत है, तैसे ही एक खेल कसम का जो उसकी वडियाई, ये अकाल पुरख की खेड है। ये तो जे धन पदार्थ मिलते हैं उसका शुकराना करो, उसके वास्ते एक खिंदी खेड है, धरती ते आकाश चढ़ावे, चढ़े आकाश करावे। एक खिंदे च कंगाल नूं राजा बना सकता है, ते राजे नूं कंगाल कर सकता है। नदर उपट्ठी जे करे, सुल्ताना घा कराइंदा, दर मंगन भिख ना पाइंदा। ऐसा भी कर देगा भी दर दर ते भिख मंगन वास्ते जावे ना, ते भिख्या भी नहीं पैंदी। जे किसी नूं भिख्या पै रही है, समझ लो कुछ कर्म चंगे होणगे उसदे। ते जे वाहिगुरू दी नदर ना होवे ना, ते एक एक रोटियां नूं लोग तरस जाते, एक एक दाने वास्ते तरस जाते। सतगुर कहते ये तो खेड है मालक दी, क्योंकि आपे भात बनाए बहु रंगी सृष्ट उपाय प्रभ खेल किया। ये तो एक खेड रची है,
कर कर वेखै करे कराए सर्व जीवां को रिजक दिया। सारे जीवां नूं रिजक दे रहा। मैं तो हैरान हुंदा एक शराबी दे कोल कुछ भी नहीं हुंदा, उन्होंने शराब रोज़ सामने मिल जाती है। एक बंदा मैनूं कहंदा भी ये बंदा रोज़ शराब पी के पिया रहिंदा है। मैं घरदार नूं कहंदे पुछया, इसदे घरदे कहंदे जी असीं कोई पैसा दिंदे नहीं पर रोज़ ही रज्जिया मिलदा, पैसा भी पल्ले कोई नहीं। मैं कि शराबी नूं शराब दे दिंदा ते जिहड़ा नाम दा वपारी है उहनूं नाम दे दिंदा। जिन्हों होर कोई खुराक चाहिए मालक नूं खुराक दे दिंदा। भुखा तो कोई भी नहीं सुनता, जिन्हों जो चाहिए शाम तक दे दिंदा, सारियां दी झोलियां भर दिंदा। ਉਹਦੀ खेड नहीं तुसीं समझ सकते। मार कहते तो जगत का खेड है अकाल पुरख वाहिगुरू ने जो बनाया है। कहते पीत वसन कुदन दसन प्रै सैत कंठ माल मुकंद शीस मोर पंख चाहे जियो बेवजीर बड़े तीर धर्म अंग अलग आगम खेल किया आपने उछाए जियो। सवैयां च लिखिया भट्टा ने कि उस अकाल पुरख वाहिगुरू ने अपने चाव विच खेड रची है। संसार की तीन छंदां दा पाओ कि तीन सुभावां दा जिहड़ा ये खेड रची है ना संसार की, जो भगत नामदेव जी कहते हैं अपने चाव च रची है मालक ने। रजगुण तमगुण सदगुण अपने चाव च पैदा किए महाराज ने। ये तो देख रहा सारा कुछ अपनी सृष्टि नूं पैदा करके ना, उन्होंने देख रहा बड़े ध्यान नाल। किया खेल बड़ मेल तमाशा वाह गुरु तेरी सब रचना। तू जल थल गगन प्याल पूर कहाँ रहा अमृत ते मिठे जाके बचना। उसका खेड है संसार। किया खेल बड़ मेल तमाशा, उसका तमाशा है वाह गुरु तेरी सब रचना। ये तेरी रचना पट्ट लिखते हैं सबैया भी कितने कमाल की रचना भगत नामदेव जी उसकी व्याख्या कर रहे हैं। इस करके मैं सारे फरमान लाए भी सानू व्याख्या समझ आ सके। उस सुभाव की गल कर रहे हैं, सुभाव किदां दा दृढ़ करा रहे हैं। उन्होंने फिर जो उदाहरण दित्तियां ने, उदाहरणों दे विच कहंदे ने भगत नामदेव जी का, क्योंकि ये शब्द है, शब्द विच कह रहे हैं, कहंदे ने कुम्हार के कर हांडी आछ है। जिहड़ा कुम्हार है क्योंकि वह काम मिट्टी के भांडे बनाने का काम है, तो चारे पासे वो मिट्टी के भांडे ही पे रहते हैं। हांडी का अर्थ है चाटी ਜਾਂ होर भांडे ने, घर च चाटियां ही चाटियां पईयां ने, घड़े ही घड़े पए ने। जो उसने घड़िया वो घर उसके नाल ही भरिया होया। उसके घर दे विच होर चीज़ नहीं मिलेगी। सब तो ज़्यादा बहुत आदकी होवेगी उसके घर दे विच, वो होणगियां घर दे विच मिट्टी के भांडे ही होणगे, चारे पासे पए होणगे। जदों दशहरा आंदा चारे पासे तुसीं वेख्या करो, चारे पासे रावण ही रावण पैंदे ने सड़कां ते। उन्हां दिनां दे विच ना जिस रोड नूं निकलो तो सारे पासे वो स्ट्रक्चर तैयार कर रहे होंदे ने, रावण ही बन रहे होंदे ने। इस तरह कहंदे एक कुम्हार जिहड़ा उसदे घर केवल भांडे ही होंदे ने, तो उसदा एक सुभाव है, सुभाविक है, क्योंकि उसदे घर विच यही कुछ होना। इस तरह माया का एक सुभाव है संसार विच कि उसदे तीन गुण प्रवृत्त ने। यह समझाना चाहते हैं भगत जी। रजगुण तमगुण सदगुण, ये तीन छंदां दा पाओ, ये तीन तरह का सुभाव मालक ने पैदा किया माया का, और इन्हां दा प्रभाव सारे जगत दे विच है। ये सुभाविक ही सारा कुछ हो रहा। फिर कहन लगे राजा कह कर सांडी गो, ते राजा के घर विच साणनी पाओ कि उहदे घर हाथी ने, घोड़े ने, राज दरबार च बन्ने हुए, क्योंकि वो राजा है। फिर कहते बामन के घर रांडी आछा, रांडी कहते ने पत्री नूं। कहते ब्राह्मण के घर जाओगे तो उत्थे पत्रियां ही होणगियां, पुरानियां पत्रियां पईयां होणगियां, जिहदे विच वाचक लोकां नूं दसदा है भी तुहाडा सगन लगन किदां दा। ਉਹਦੇ घर ਦੇ ਵਿੱਚ ਉਸਦੀ ਬਹੁਤਾਤ ਹੋਏਗੀ, ਸੁਭਾਵਿਕ ਹੈ। ਕਹਿੰਦੇ ਨੇ ਰਾਂਡੀ ਸਾਂਡੀ ਹਾਂਡੀ ਗੋ, ਪਾਓ ਕਿ ਜਿਸ ਦਾ ਘਰ ਹੈ ਉਹਦੇ ਘਰ ਦੇ ਵਿੱਚ ਉਹਨਾਂ ਚੀਜ਼ਾਂ ਦੀ ਸੁਭਾਵਿਕ ਹੀ ਬਹੁਤ ਲਾਤ ਹੈ। ਬਹੁਤੀ ਚੀਜ਼ਾਂ ਉਸਦੇ ਘਰ ਮਿਲਣਗੀਆਂ ਜਿਸ ਦੇ ਨਾਲ ਉਸਦਾ ਸੰਬੰਧ ਹੈ। ਕੁਮਹਾਰ ਦੇ ਘਰ ਭਾਂਡੇ ਹੀ ਮਿਲਣਗੇ, ਰਾਜੇ ਦੇ ਘਰ ਜਿਹੜੇ ਨੇ ਉਹ ਹਾਥੀ ਘੋੜੇ ਮਿਲਣਗੇ ਦੁਆਰ ਤੇ ਬੰਨੇ ਹੋਏ। ਬਾਹਮਣ ਦੇ ਘਰ ਜਿਹੜਾ ਬ੍ਰਾਹਮਣ ਹੈ, ਜਿਹੜਾ ਪੱਤਰੀ ਵਾਜਦਾ ਹੈ, ਉਹਦੇ ਘਰ ਦੇ ਵਿੱਚ ਪੱਤਰੀਆਂ ਹੀ ਮਿਲਣਗੀਆਂ, क्योंकि उसका काम ही यह है। फिर अगलियां उदाहरण दित्तियां, बानीए के कर हींग अच्छा है। किसी बाणीए के घर चले जाओ जिहदा करियाने का काम है, कहते उसके घर दे विचों हींग की खुशबू आती है। तुसीं करियाने की दुकान पर चढ़ो, सब तो ज़्यादा क्योंकि हींग दे विचों खुशबू आती, इस करके सारी दुकान विच ही आई जाती। भावें होर भी समान ने रखे ने,
ਪਰ ਉਹਨਾਂ ਨੇ ਉਦਾਹਰਨ ਦਿੱਤੀ, ਕਹਿੰਦੇ ਬਾਣੀ ਕਹਿ ਕਰ ਹੀਂਗ ਆਛੈ ਪੈਸਰ ਮਾਥੈ ਸਿੰਘੋ। ਜਿੱਥੇ ਕਿ ਡੰਗਰਾਂ ਦਾ ਤਬੇਲਾ ਹੈ, ਮੈਸਾਂ ਬੰਨੀਆਂ ਹੋਈਆਂ ਨੇ, ਮੱਝਾਂ ਬੰਨੀਆਂ ਹੋਈਆਂ, ਉੱਥੇ ਤੁਸੀਂ ਜਾਓ ਤੇ ਸਿੰਘ ਹੀ ਸਿੰਘ ਨਜ਼ਰ ਆਉਣਗੇ, ਕਿਉਂਕਿ ਉੱਥੇ ਉਹ ਤਬੇਲਾ ਸੁਭਾਵਿਕ ਕਹਿਣ ਲੱਗੇ। ਕਹਿੰਦੇ ਦੇਵਲ ਮੱਧੇ ਲੀਂਗ ਆਛੈ ਲੀਂਗ ਸਿੰਘ ਹੀਂਗੋ। ਦੇਵਲ ਦਾ ਅਰਥ ਹੈ ਮੰਦਰ, ਮੱਧੇ ਦਾ ਅਰਥ ਹੈ ਵਿੱਚ, ਤੇ ਜੋ ਲੀਂਗ ਦਾ ਅਰਥ ਹੈ ਸ਼ਿਵਲਿੰਗ। ਮੰਦਰ ਜਾਓਗੇ ਤੇ ਉੱਥੇ ਸ਼ਿਵਲਿੰਗ ਸ਼ਿਵਲਿੰਗ ਨਜ਼ਰ ਆਉਣਗੇ। ਕਹਿੰਦੇ ਉਹ ਸੁਭਾਵਿਕ ਹੈ। ਕਹਿੰਦੇ ਲੀਂਗ ਸਿੰਘ ਹੀਂਗੋ, ਕਹਿੰਦੇ ਜਿਵੇਂ ਦਿਵਾਲਿਆਂ ਦੇ ਵਿੱਚ ਲਿੰਗ ਨੇ, ਤੇ ਜੋ ਤੁਸੀਂ ਦੇਖੋ ਕਿ ਭੈਂਸਾਂ ਦੇ ਸਿਰ ਦੇ ਉੱਤੇ ਸਿੰਘ ਨੇ, ਤੇ ਬਾਨੀਆਂ ਦੇ ਘਰ ਦੇ ਵਿੱਚ ਹਿੰਗ ਸੁਭਾਵਿਕ ਹੈ। ਇਸ ਤਰ੍ਹਾਂ ਹੀ ਇਸ ਮਾਇਆ ਦੇ ਤਿੰਨੇ ਗੁਣ ਸੁਭਾਵਿਕ ਹੀ ਆਪਣਾ ਕੰਮ ਕਰ ਰਹੇ ਹਨ, ਉਸ ਸੰਸਾਰ ਵਿੱਚ ਪ੍ਰਵਿਰਤ ਹਨ। ਫਿਰ ਕਹਿਣ ਲੱਗੇ ਤੇਲੀ ਕਹਿ ਕਰ ਤੇਲ ਆਛੈ। ਤੁਸੀਂ ਤੇਲੀ ਦੇ ਘਰ ਚਲੇ ਜਾਓ, ਜਿਹੜਾ ਕਿ ਸਰੋਂ ਪੇੜਦਾ ਹੈ, ਤੇ ਤੁਸੀਂ ਦੇਖੋਗੇ ਉੱਥੇ ਜਿੱਥੇ ਸਰੋਂ ਪੜਦੀ ਹੈ ਚਾਰੇ ਪਾਸੇ ਤੇਲ ਹੀ ਤੇਲ ਪਿਆ ਰਹਿੰਦਾ। ਜਿਨ੍ਹਾਂ ਨੇ ਕਦੀ ਸਰੋਂ ਪੜਾਈ ਹੋਵੇ ਜਾ ਕੇ ਦੇਖਣਾ, ਚਾਰੇ ਪਾਸੇ ਤੇਲ ਤੇਲ ਖਿੰਡਿਆ ਹੁੰਦਾ ਹੈ। ਕਹਿੰਦੇ ਤੇਲੀ ਕਹਿ ਕਰ ਤੇਲ ਆਛੈ। ਤੇਲੀ ਦੇ ਘਰ ਵਿੱਚ ਤੇਲ ਖਿੰਡਿਆ ਰਹਿੰਦਾ ਹੈ, ਕਿਉਂਕਿ ਉੱਥੇ ਤੇਲ ਦਾ ਹੀ ਕੰਮ ਹੁੰਦਾ ਹੈ, ਸੁਭਾਵਿਕ ਹੀ ਹੈ। ਕਹਿੰਦੇ ਭਗਤ ਨਾਮਦੇਵ ਜੀ ਕਹਿੰਦੇ ਜੰਗਲ ਮੱਧੇ ਬੇਲ ਕੋ। ਤੁਸੀਂ ਜੰਗਲ ਚਲੇ ਜਾਓ ਤੇ ਉੱਥੇ ਤੁਸੀਂ ਜਿਵੇਂ ਸਮਤਲ ਜ਼ਮੀਨ ਤੇ ਹੁੰਦਾ ਉਸ ਤਰ੍ਹਾਂ ਦਾ ਲੱਭੋ, ਤੇ ਉੱਥੇ ਤਾਂ ਨਹੀਂ, ਉੱਥੇ ਤਾਂ ਬੇਲਾਂ ਹੀ ਬੇਲਾਂ ਨੇ, ਉੱਥੇ ਤਾਂ ਰੁੱਖ ਹੀ ਰੁੱਖ ਨੇ, ਉੱਥੇ ਤਾਂ ਬੇਲਾਂ ਹੀ ਹੋਣਗੀਆਂ ਨਾ ਜੰਗਲ ਦਾ, ਕਿਉਂਕਿ ਜੰਗਲ ਹੈ। ਫਿਰ ਅਗਲੀ ਗੱਲ ਕੀਤੀ, ਕਹਿੰਦੇ ਨੇ ਮਾਲੀ ਕੇ ਕਰ ਕੇਲ ਆਛੈ। ਮਾਲੀ ਦਾ ਅਰਥ ਹੈ ਜਿਹੜਾ ਕਿ ਬੂਟੀਆਂ ਦੀ ਸੰਭਾਲ ਕਰਦਾ ਹੈ, ਬਗੀਚੀ ਦੀ ਸੰਭਾਲ ਕਰਦਾ ਹੈ। ਮਾਲੀ ਦੇ ਜਿੱਥੇ ਮਾਲੀ ਨੇ ਬੂਟੇ ਲਾਏ ਨੇ, ਬਗੀਚੀ ਲਾਈ ਹੈ, ਉਹਦੇ ਵਿੱਚ ਕੇਲੇ ਨੇ, ਚਾਰੇ ਪਾਸੇ ਕੇਲੇ ਕੇਲੇ ਲੱਗੇ ਹੋਏ ਨੇ, ਪਾਓ ਕਿ ਰੁੱਖੀ ਰੁੱਖ ਲੱਗੇ ਹੋਏ ਨੇ। ਤੇ ਕੇਲ ਬੇਲ ਤੇਲ ਗੋ, ਪਾਓ ਕਿ ਸੁਭਾਵਿਕ ਹੀ ਹੈ ਕਿ ਤੇਲੀ ਦੇ ਘਰ ਦੇ ਵਿੱਚ ਤੇਲ, ਜੰਗਲ ਦੇ ਵਿੱਚ ਬੇਲ, ਅਤੇ ਮਾਲੀ ਦੇ ਘਰ ਵਿੱਚ ਕੇਲੇ ਆਦਿ ਰੁੱਖ ਹੀ ਉੱਥੇ ਮਿਲਣਗੇ। ਤੁਸੀਂ ਕਹੋ ਵੀ ਉਹਦੇ ਮਾਲੀ ਦੇ ਬਗੀਚੇ ਵਿੱਚ ਤੁਸੀਂ ਹੋਰ ਚੀਜ਼ਾਂ ਲੱਭੋ, ਤਾਂ ਉਹ ਤਾਂ ਨਹੀਂ ਲੱਭਣੀਆਂ। ਉੱਥੇ ਤਾਂ ਰੁੱਖ ਬੂਟੇ ਲੱਭਣੇ ਨੇ, ਕੇਲਾ ਹੀ ਲੱਭੇਗਾ ਜੋ ਉਸਨੇ ਮਾਲੀ ਨੇ ਲਾਇਆ ਹੋਇਆ। ਫਿਰ ਕਹਿੰਦੇ ਸੰਤਾਂ ਮੱਧੇ ਗੋਬਿੰਦ ਆਛੈ। ਇਸ ਤਰ੍ਹਾਂ ਸੰਤਾਂ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਉਹ ਵਸ ਰਿਹਾ ਹੈ। ਗੋਕੁਲ ਮੱਧੇ ਸ਼ਾਮ ਕੋ, ਜਿਵੇਂ ਗੋਕੁਲ ਦੇ ਅੰਦਰ ਕਹਿੰਦੇ ਸ੍ਰੀ ਕ੍ਰਿਸ਼ਨ ਜੀ ਕਹਿੰਦੇ ਨੇ ਰਹਿੰਦੇ ਨੇ, ਇਹ ਵਿਚਾਰ ਹੈ। ਕਹਿੰਦੇ ਨੇ ਨਾਮੇ ਮੱਧੇ ਰਾਮ ਆਛੈ। ਭਗਤ ਜੀ ਕਹਿੰਦੇ ਇਸ ਤਰ੍ਹਾਂ ਨਾਮ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਵਸ ਰਿਹਾ ਹੈ। ਤੇ ਰਾਮ ਸ਼ਾਮ ਗੋਬਿੰਦ ਕੋ, ਕਹਿੰਦੇ ਰਾਮ ਸ਼ਾਮ ਤੇ ਗੋਬਿੰਦ ਨਾਮਦੇਵ ਦੇ ਮਨ ਵਿੱਚ ਉਹ ਅਕਾਲ ਪੁਰਖ ਦੀ ਯਾਦ ਜਿਹੜੀ ਹੈ ਉਹ ਸਦੀਵ ਕਾਲ ਲਈ ਵਸ ਰਹੀ ਹੈ। ਇਹ ਸਮਝਾਉਣਾ ਚਾਹੁੰਦੇ ਨੇ ਕਿ ਜਿਹੜੇ ਸੰਤ ਨੇ ਉਹਨਾਂ ਸੰਤਾਂ ਨੂੰ ਇਹਨਾਂ ਮਾਇਆ ਦੇ ਤਿੰਨਾਂ ਗੁਣਾਂ ਦਾ ਕੀ ਪ੍ਰਭਾਵ ਹੈ, ਕਿਉਂਕਿ ਉਹਨਾਂ ਦੇ ਅੰਦਰ ਤਾਂ ਰਮਿਆ ਹੋਇਆ ਰਾਮ ਵਸਿਆ ਹੋਇਆ ਹੈ। ਉਹ ਤੇ ਤਿੰਨੇ ਇਹਨਾਂ ਪ੍ਰਭਾਵਾਂ ਤੇ ਬਚ ਗਏ ਨੇ, ਕਿਉਂਕਿ ਉਹਨਾਂ ਦਾ ਸੰਗ ਤਾਂ ਪਰਮਾਤਮਾ ਦੇ ਨਾਮ ਨਾਲ ਹੈ। ਤੇ ਜਿੱਥੇ ਨਾਮ ਹੈ ਉੱਥੇ ਬਾਕੀ ਚੀਜ਼ਾਂ ਨੂੰ ਕੋਈ ਥਾਂ ਨਹੀਂ ਹੈ, ਇਸ ਮਾਇਆ ਨੂੰ ਕੋਈ ਥਾਂ ਨਹੀਂ ਹੈ। ਜਿੱਥੇ ਨਾਮ ਵਸ ਗਿਆ ਹੈ, ਪਰਮਾਤਮਾ ਦੀ ਸਿਫਤ ਸਲਾਹ ਵਸ ਗਈ ਹੈ, ਬਾਕੀ ਚੀਜ਼ਾਂ ਉੱਤੇ ਪ੍ਰਭਾਵ ਨਹੀਂ ਪਾ ਸਕਦੀਆਂ। ਕਿਉਂਕਿ ਜਿਸ ਤਰ੍ਹਾਂ ਦਾ ਤੁਹਾਡਾ ਸੁਭਾਅ ਹੋਏਗਾ, ਜਿਸ ਤਰ੍ਹਾਂ ਦੀ ਨਾਲ ਤੁਹਾਡੀ ਸਾਂਝ ਤੇ ਪਕੜ ਹੋਏਗੀ, ਉਸ ਤਰ੍ਹਾਂ ਹੀ ਇਹ ਸਾਰੀਆਂ ਚੀਜ਼ਾਂ ਮਨੁੱਖ ਦੇ ਉੱਤੇ ਆਪਣਾ ਆਪਣਾ ਪ੍ਰਭਾਵ ਪਾਉਂਦੀਆਂ ਨੇ। ਇਸ ਕਰਕੇ ਪਿਆਰ ਵਾਲਿਓ, ਭਗਤ ਨਾਮਦੇਵ ਜੀ ਨੇ ਜੋ ਜਿਹੜੀ ਪਿਆਰੀ ਵਿਚਾਰ ਸਾਡੇ ਸਾਹਮਣੇ ਰੱਖੀ ਹੈ, ਉਸ ਵਿਚਾਰ ਅਨੁਸਾਰ ਇਹ ਸਮਝਾਉਣਾ ਚਾਹੁੰਦੇ ਨੇ ਕਿ ਸੰਸਾਰ ਦੇ ਵਿੱਚ ਜਿਹੜੇ ਸੰਤ ਨੇ, ਗੁਰਮੁਖ ਪਿਆਰੇ ਨੇ, ਰੱਬ ਦੇ ਪਿਆਰੇ ਨੇ, ਇਸ ਜਗਤ ਖੇਲ ਤਮਾਸ਼ੇ ਦਾ ਰਚਨਹਾਰ ਜਿਹੜਾ ਹੈ ਉਸ ਦੇ ਨਾਲ ਸਾਂਝ ਬਣਾਉਂਦੇ ਨੇ। ਉਸ ਰਚਨਹਾਰ ਨੇ ਜੋ ਤਿੰਨ ਗੁਣ ਮਾਇਆ ਦੇ ਪੈਦਾ ਕੀਤੇ ਨੇ, ਤੇ ਇਹ ਉਸ ਸੁਭਾਅ ਨੂੰ ਤਿਆਗ ਕੇ, ਮਾਇਆ ਦੇ ਸੁਭਾਅ ਨੂੰ ਤਿਆਗ ਕੇ, ਉਹ ਪਰਮਾਤਮਾ ਦੇ ਨਾਲ ਜੁੜ ਕੇ ਉਸ ਦਾ ਸੁਭਾਅ ਗ੍ਰਹਿਣ ਕਰਦੇ ਨੇ। ਸਾਨੂੰ ਚਾਹੀਦਾ ਇਹ ਹੈ ਕਿ ਪਰਮਾਤਮਾ ਨੇ ਇਹ ਮਾਇਆ ਪੈਦਾ ਕਰ ਦਿੱਤੀ, ਮਾਇਆ ਦੇ ਤਿੰਨ ਗੁਣ ਸਾਰਿਆਂ ਦੇ ਉੱਤੇ ਅਸਰ ਪਾਉਂਦੇ ਨੇ, ਤੇ ਉਹਨਾਂ ਦਾ ਅਸਰ ਨਾ ਕਬੂਲ ਕੇ ਅਸੀਂ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜੀਏ, ਕਿਉਂਕਿ ਉਹ ਸਾਡੇ ਵਿਚਕਾਰ ਵਸ ਰਿਹਾ ਹੈ, ਸਾਡੇ ਹਿਰਦਿਆਂ ਵਿੱਚ ਵਸ ਰਿਹਾ ਹੈ। ਉਸ ਨੂੰ ਪ੍ਰਗਟ ਕਰੀਏ ਆਪਣੇ ਅੰਦਰ। ਤੇ ਜਦੋਂ ਅਕਾਲ ਪੁਰਖ ਵਾਹਿਗੁਰੂ ਅੰਦਰ ਪ੍ਰਗਟ ਹੋ ਜਾਵੇਗਾ, ਸਾਡੇ ਸੁਭਾਅ ਦੇ ਵਿੱਚ ਉਸਦੀ ਯਾਦ ਆ ਜਾਵੇਗੀ, ਫਿਰ ਸਾਡਾ ਜਿਹੜਾ ਜੀਵਨ ਹੈ ਉਹ ਪ੍ਰਤੱਖ ਤੌਰ ਤੋਂ ਰੱਬ ਵਰਗਾ ਹੀ ਹੋ ਜਾਵੇਗਾ। ਇਹ ਤਾਂ ਹੀ ਹੋਣਾ ਜੇ ਉਸਦੀ ਯਾਦ, ਉਸਦੀ ਬਾਣੀ, ਉਸਦੀ ਵਿਚਾਰਧਾਰਾ ਉਹ ਪ੍ਰਗਟ ਹੋਵੇ। ਜਿਨੇ ਥਾਈਂ ਸੰਤਾਂ ਦੇ ਹਿਰਦੇ ਵਿੱਚ, ਗੋਕੁਲ ਵਿੱਚ, ਨਾਮਦੇਵ ਦੇ ਅੰਦਰ ਗੋਬਿੰਦ ਸ਼ਿਆਮ ਅਤੇ ਰਾਮ ਜੀ ਗਰਜ ਰਹੇ ਹਨ। ਆਓ ਕਿ ਇਸ ਤਰ੍ਹਾਂ ਜੋ ਭਗਤ ਨਾਮਦੇਵ ਕਹਿੰਦੇ ਮੇਰੇ ਅੰਦਰ ਉਹ ਅਕਾਲ ਪੁਰਖ ਵਾਹਿਗੁਰੂ ਗਰਜ ਰਿਹਾ ਹੈ, ਉਸ ਰੱਬ ਦਾ ਸੁਭਾਅ ਮੇਰੇ ਅੰਦਰ ਪੈਦਾ ਹੋ ਗਿਆ ਹੈ। ਇਹ ਜਿਹੜੀ ਤਿੰਨ ਗੁਣੀ ਮਾਇਆ ਮੇਰੇ ਮਾਲਕ ਨੇ ਬਣਾਈ ਹੈ, ਇਸ ਮਾਇਆ ਦਾ
ਖੇਡ ਮੈਨੂੰ ਸਮਝ ਆ ਗਈ ਹੈ ਕਿ ਇਹ ਤਾਂ ਰੱਬ ਨੇ ਇੱਕ ਖੇਡ ਖੇਡੀ ਹੋਈ ਹੈ ਅਤੇ ਮੈਂ ਉਸ ਖੇਡ ਨੂੰ ਪਿਆਰ ਨਾਲ ਤੱਕ ਰਿਹਾ ਹਾਂ। ਜਿਵੇਂ 10ਵੇਂ ਪਾਤਸ਼ਾਹ ਨੇ ਇਹ ਗੱਲ ਆਖੀ ਕਿ ਮੈਂ ਹੂੰ ਪਰਮ ਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ। ਭਗਤਾਂ ਨੇ ਵਾਕਈ ਇਹ ਤਮਾਸ਼ਾ ਦੇਖਿਆ। ਅਸੀਂ ਉਹ ਭਗਤ ਬਣਨਾ ਕਿ ਇਸ ਜਗਤ ਦੇ ਤਮਾਸ਼ੇ ਨੂੰ ਤਮਾਸ਼ਾ ਜਾਣ ਕੇ ਦੇਖੀਏ। ਕੋਈ ਜਿੱਤੇ ਕੋਈ ਹਾਰੇ, ਸਾਨੂੰ ਕੋਈ ਗਮ ਨਹੀਂ ਹੋਣਾ ਚਾਹੀਦਾ, ਕਿਉਂਕਿ ਇਹ ਤਾਂ ਤਮਾਸ਼ਾ ਹੈ। ਕਈ ਬੰਦੇ ਮੈਂ ਦੇਖਦਾ ਨਾਟਕ ਦੇਖਦੇ ਰੋਣਾ ਸ਼ੁਰੂ ਕਰ ਦਿੰਦੇ, ਫਿਲਮਾਂ ਵੇਖਦੇ ਰੋਣਾ ਸ਼ੁਰੂ ਕਰ ਦਿੰਦੇ ਨੇ। ਉਹ ਇਹ ਤਾਂ ਤਮਾਸ਼ਾ ਹੈ ਭਾਈ, ਇਹ ਤਾਂ ਇੰਜੋਏ ਹੈ। ਅਤੇ ਤੁਸੀਂ ਜੋ ਉਸ ਕਰੈਕਟਰ ਨੂੰ ਇਤਨਾ ਡੂੰਘਾ ਲੈ ਕੇ ਚਲੇ ਜਾਓ ਕਿ ਤੁਸੀਂ ਰੋਣਾ ਸ਼ੁਰੂ ਕਰ ਦਿਓ। ਕਈ ਮੈਨੂੰ ਕਹਿੰਦੇ ਜੀ ਅਸੀਂ ਫਿਲਮਾਂ ਦੇਖਦੇ ਰੋ ਪੈਂਦੇ, ਨਾਟਕ ਦੇਖਦੇ ਰੋ ਪੈਂਦੇ। ਮੈਂ ਕਿ ਨਾਟਕ ਇੱਕ ਕੇਵਲ ਤਮਾਸ਼ਾ ਹੈ। ਜਿਨ੍ਹਾਂ ਦੇ ਜੀਵਨ ਵਿੱਚ ਉਹ ਨਾਟਕ ਨਿਕਲਿਆ ਉਹਨਾਂ ਦੇ ਜੀਵਨ 'ਤੇ ਉਸ ਦਾ ਕੋਈ ਅਸਰ ਨਹੀਂ ਹੈ, ਕਿਉਂਕਿ ਉਹਨਾਂ ਨੂੰ ਪਤਾ ਅਸੀਂ ਨਾਟਕ ਖੇਡ ਰਹੇ। ਤੁਸੀਂ ਕਦੇ ਜਾ ਕੇ ਉਹਨਾਂ ਐਕਟਰਾਂ ਨੂੰ ਜਾ ਕੇ ਮਿਲੋ ਜਿਨ੍ਹਾਂ ਨੇ ਵੱਡੇ ਵੱਡੇ ਧਾਰਮਿਕ ਨਾਟਕ ਕੀਤੇ, ਰਾਮਾਇਣ ਵਰਗੇ ਨਾਟਕ ਜਿਨ੍ਹਾਂ ਨੇ ਕੀਤੇ ਜਾਂ ਹੋਰ ਕੀਤੇ, ਉਹਨਾਂ ਨੂੰ ਪੁੱਛੋ ਜਾ ਕੇ, ਉਹਨਾਂ ਦਾ ਕਰੈਕਟਰ ਦੇਖੋ। ਹਾਂ, ਉਹਨਾਂ ਨੇ ਇਹ ਗੱਲ ਜ਼ਰੂਰ ਮੰਨੀ ਹੈ ਕਿ ਜਦੋਂ ਕਰੈਕਟਰ ਕਰ ਰਹੇ ਸੀ ਅਸੀਂ, ਉਸ ਤੋਂ ਪਹਿਲਾਂ ਸਾਡੀ ਬਿਰਤੀ ਹੋਰ ਸੀ। ਵੀ ਜਦੋਂ ਉਸ ਕਰੈਕਟਰ ਵਿੱਚ ਅਸੀਂ ਉਤਰੇ ਤਾਂ ਸਾਡੀ ਬਿਰਤੀ ਵਿੱਚ ਚੇਂਜਿੰਗ ਆਈ ਵੀ ਅਸੀਂ ਇਤਨਾ ਵੱਡਾ ਕਰੈਕਟਰ ਕਰ ਰਹੇ ਹਾਂ ਅਤੇ ਸਾਡਾ ਜੀਵਨ ਕੀ ਹੈ। ਔਰ ਅੱਜ ਤੁਸੀਂ ਦੇਖੋਗੇ, ਮਾਫ਼ ਕਰਨਾ, ਕਿ ਰਾਮਲੀਲਾਵਾਂ ਹੁੰਦੀਆਂ ਨੇ, ਉੱਥੇ ਜਿਹੜਾ ਰਾਵਣ ਬਣ ਕੇ ਆਉਂਦਾ ਸ਼ਰਾਬ ਪੀ ਕੇ ਆਉਂਦਾ, ਕਰੈਕਟਰ ਕਿੱਥੇ ਗਿਆ? ਰਾਵਣ 4 ਵੇਦਾਂ ਦਾ ਗਿਆਤਾ ਸੀ। ਜਿਹੜਾ ਰਾਮਚੰਦ ਜੀ ਬਣ ਕੇ ਆਉਂਦਾ ਉਸ ਦਾ ਕਰੈਕਟਰ ਕੀ ਹੈ ਦੇਖੋ। ਜਿਹੜੀ ਸੀਤਾ ਬਣ ਕੇ ਆਉਂਦੇ ਉਹਦਾ ਕਰੈਕਟਰ ਕੀ ਹੈ? ਕਰੈਕਟਰ ਤਾਂ ਕੋਈ ਨਹੀਂ ਨਾ, ਉਹ ਸਿਰਫ ਨਾਟਕ ਕਰਨ ਵਾਸਤੇ ਇਹਨਾਂ ਦਾ ਕਰੈਕਟਰ। ਜੇ ਬਾਹਰ ਉਹਨਾਂ ਲੋਕਾਂ ਨੂੰ ਪੁੱਛੋ ਵੀ ਕੀ ਕਰੈਕਟਰ, ਤਾਂ ਪਤਾ ਲੱਗੇ ਤੁਹਾਨੂੰ ਇਹ ਤਾਂ ਕਰੈਕਟਰ ਤੇ ਬਹੁਤ ਡਿੱਗੇ ਲੋਕ ਨੇ, ਪਰ ਇਤਨੇ ਵੱਡੇ ਵੱਡੇ ਰੋਲ ਕਰ ਰਹੇ ਨੇ। ਇਸ ਕਰਕੇ ਭਗਤ ਨਾਮਦੇਵ ਜੀ ਕਹਿੰਦੇ ਉਸ ਪਰਮਾਤਮਾ ਦੇ ਬਣਾਏ ਹੋਏ ਇਸ ਜਗਤ ਤਮਾਸ਼ੇ ਨੂੰ ਬਸ ਇਹ ਖੇਡ ਸਮਝ ਕੇ ਦੇਖੀ ਜਾਓ, ਤਮਾਸ਼ਾ ਸਮਝ ਕੇ ਦੇਖੀ ਜਾਓ, ਅਤੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜ ਕੇ ਇਸ ਤਮਾਸ਼ੇ ਨੂੰ ਦੇਖੋ। ਤਮਾਸ਼ੇ ਨੂੰ ਦੇਖਦੇ ਹੋਏ ਇਸ ਦੇ ਵਿੱਚ ਖਚਿਤ ਨਾ ਹੋਵੋ। ਔਰ ਜਦੋਂ ਤੱਕ ਅਕਾਲ ਪੁਰਖ ਨਾਲ ਜੁੜੇ ਰਹਾਂਗੇ, ਇਹ ਜਗਤ ਤਮਾਸ਼ਾ ਨਜ਼ਰ ਆਉਂਦਾ ਰਹੇਗਾ। ਸਾਨੂੰ ਨਾ ਕੋਈ ਖੁਸ਼ੀ ਨਾ ਕੋਈ ਗਮ ਹੋਵੇਗਾ। ਅਸੀਂ ਫਿਰ ਇੱਕੋ ਹੀ ਸੁਭਾਅ ਦੇ ਵਿੱਚ, ਜਿਹਨੂੰ ਕਹਿੰਦੇ ਨੇ ਚੌਥਾ ਪਦ, ਸਹਿਜ ਅਵਸਥਾ ਵਿੱਚ ਜੀਵਾਂਗੇ। ਔਰ ਗੁਰਮਤਿ ਇਹੀ ਚਾਹੁੰਦੀ ਹੈ ਕਿ ਅਸੀਂ ਸਹਿਜ ਅਵਸਥਾ ਦੇ ਧਾਰਨੀ ਹੋਈਏ। ਸਾਨੂੰ ਸਭ ਨੂੰ ਗੁਰਮਤਿ ਸਹਿਜ ਕਰਨਾ ਚਾਹੁੰਦੀ ਹੈ। ਵਿਖਾਵੇ ਵਾਲੀ ਜ਼ਿੰਦਗੀ ਗੁਰਮਤਿ ਨੂੰ ਪਸੰਦ ਨਹੀਂ ਹੈ। ਇਸ ਕਰਕੇ ਗੁਰੂ ਸਾਹਿਬ ਆਪ ਕਿਰਪਾ ਕਰਨ ਸਾਰਿਆਂ ਦੇ ਉੱਤੇ। ਇਹ ਜੋ ਸ਼ਬਦ ਰਾਹੀਂ ਸਾਨੂੰ ਗਿਆਨ ਦਿੱਤਾ ਹੈ, ਅਸੀਂ ਇਹ ਗਿਆਨ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲਈਏ ਅਤੇ ਆਪਣੇ ਅੰਦਰ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਗਟ ਕਰ ਲਈਏ। ਇਤਨੇ ਬਚਨ ਪ੍ਰਵਾਨ। ਸਾਰਿਆਂ ਦਾ ਧੰਨਵਾਦ। ਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।